ਵਾਹਿਗੁਰੂ ਸਾਹਿਬ ਜੀ। ਸ਼੍ਰੀ ਨਾਨਕ ਪੁਰਸ਼ੋਤਮ ਪਰਮ ਪਰਾਵਰ ਨਾਥ, ਯੁਗਲ ਚਰਨ ਮਮ ਬੰਦਨਾ। ਧਰ ਪਰ ਧਰ ਕਰ ਮਾਥ, ਗੁਰੂ ਨਾਨਕ ਪਾਦ ਪੰਕਜ ਬੰਦਨ, ਪਾਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ, ਅਮਰਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ, ਗੁਰੂ ਅਰਜਨ ਬਿਗਨਨ ਕੇ ਨਾਸਕ, ਬਿਗਨਨ ਕੇ ਨਾਸ਼ਕ। ਸ਼੍ਰੀ ਗੁਰੂ ਹਰਗੋਬਿੰਦ ਸੁਭ ਸੁਮਤ ਪ੍ਰਕਾਸ਼ਕ। ਗੁਰੂ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ, ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ, ਤਰੋਂ ਤਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਬਿਕਾਰ। ਤਿਨ ਸੰਤਨ ਕਉ ਬੰਦਨਾ, ਸਿਰ ਚਰਨਨ ਪਰ ਤਾਰ। ਏਕ ਓੰਕਾਰ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਗਨ ਬਿਨਾਸਨ ਸੋਇ, ਵਾਹਿਗੁਰੂ ਜੀ ਕੀ ਫਤਿਹ। ਬਿਗਨ ਬਿਨਾਸਨ ਸੋਇ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨ ਜਨਮ ਜਿਨ ਲਿਖਿਓ ਭਾਉ ਧਰ, ਸਫਲ ਹਾਥ ਆਪਣੇ ਕਰ ਤਾਹੇ। ਪਠੇ ਪ੍ਰੇਮ ਤੇ ਹਰਖੇ ਉਰਮਹਿ, ਪਲ ਕਹੇ ਚਲ ਕਹੇ ਜਲ ਦ੍ਰਿਗ ਮਾਹੇ। ਧਨ ਜਨਮ ਜਿਨ ਲਿਖਿਓ ਭਾਉ ਧਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਦੀਨਾ ਬੰਧੂ
ਕਿਰਪਾ ਦੇ ਸਾਗਰ, ਜਾਗਦੀ ਜੋਤ, ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਹਜ਼ੂਰ ਦੀ ਪਰਮ ਦਇਆ ਸਦਕਾ ਇਹ ਸਤਸੰਗਤ ਦੀਆਂ ਘੜੀਆਂ ਦਾ ਸੁਭਾਗ ਸਮਾਂ ਆਪਾਂ ਨੂੰ ਪ੍ਰਾਪਤ ਹੋਇਆ ਹੈ। ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਜੀਵਨ ਦੀ ਕਥਾ ਦੀ ਆਰੰਭਤਾ ਸ਼੍ਰੀ ਨਾਨਕ ਪ੍ਰਕਾਸ਼ ਗ੍ਰੰਥ ਵਿੱਚੋਂ ਜਗਤ ਗੁਰੂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਵਿਚਿੱਤਰ ਜੀਵਨ ਮਹਾਨ ਕਵੀ ਭਾਈ ਸੰਤੋਖ ਸਿੰਘ ਜੀ ਨੇ ਜਿਵੇਂ ਲਿਖਿਆ ਹੈ, ਉਹਦੀ ਆਰੰਭਤਾ ਸੱਚੇ ਪਾਤਸ਼ਾਹ ਜੀ ਦੇ ਆਸ਼ੀਰਵਾਦ ਸਦਕਾ ਅਤੇ ਸੰਗਤਾਂ ਦੀ ਇੱਛਾ ਸਦਕਾ ਜਿਵੇਂ ਗੁਰਸਿੱਖਾਂ ਨੇ ਹੁਕਮ ਕੀਤਾ, ਸਤਿਗੁਰੂ ਜੀ ਦੀ ਇਹ ਪਾਵਨ ਕਥਾ ਆਰੰਭ ਕੀਤੀ ਹੈ। ਆਰੰਭ ਵਿੱਚ ਕਵਿਰਾਜ ਜੀ ਦਾ ਜੀਵਨ ਇਤਿਹਾਸ ਜੋ ਬਹੁਤ ਵਿਸਥਾਰ ਸਹਿਤ ਤਾਂ ਨਹੀਂ ਮਿਲਦਾ, ਜਿਵੇਂ ਵੀ ਸੰਖੇਪ ਜਿਹਾ ਇਹ ਕਵਿਰਾਜ ਜੀ ਦਾ ਜੀਵਨ ਇਤਿਹਾਸ ਆਪ ਜੀ ਦੇ ਚਰਨਾਂ ਵਿੱਚ ਕੱਲ੍ਹ ਦੇ ਦੀਵਾਨ ਤੋਂ ਇਹ ਜਿਹੜਾ ਸੀ ਆਰੰਭਤਾ ਕੀਤੀ ਸੀ। ਕਵਿਰਾਜ ਕੈਂਥਲ ਵਿੱਚ ਰਾਜਾ ਉਦੇ ਸਿੰਘ ਦੇ ਸੱਦੇ ਕਰਕੇ, ਦੂਸਰਾ ਸਪੀਕਰ ਵੀ ਲਾ ਲਓ, ਜਿਵੇਂ ਰਾਜਾ ਉਦੇ ਸਿੰਘ ਨੇ ਕਵਿਰਾਜ ਜੀ ਨੂੰ ਬੁਲਾਇਆ, ਭਾਵੇਂ ਕਿ ਬੂੜੀਏ ਆਦਿਕ ਨਗਰਾਂ ਵਿੱਚ ਜਦੋਂ ਆਪ ਰਹੇ ਹੈ, ਉਦੋਂ ਆਪਣੀ ਮਾਲੀ ਹਾਲਤ ਦਾ ਕਵਿਰਾਜ ਜੀ ਨੇ ਜ਼ਿਕਰ ਕੀਤਾ, ਪਰ ਜਦੋਂ ਕੈਂਥਲ ਦੇ ਵਿੱਚ ਆਪ ਜੀ ਨੂੰ ਰਾਜਾ ਉਦੈ ਸਿੰਘ ਪਾਸ ਨੌਕਰੀ ਪ੍ਰਾਪਤ ਹੋਈ, ਉਦੋਂ ਬਹੁਤ ਕਵਿਰਾਜ ਜੀ ਨੂੰ ਜਿਹੜਾ ਸੀ ਭਾਰੀ ਸੰਸਾਰਕ ਸੁੱਖ ਸਨ। ਜ਼ਿਕਰ ਆਉਂਦਾ ਹੈ ਕਿ ਕੈਂਥਲ ਵਿੱਚ ਆਪ ਜੀ ਦੀ ਹਵੇਲੀ, ਜਿਸ ਦੇ ਅੰਦਰ ਏਡੇ ਵੱਡੇ ਦਰਵਾਜ਼ੇ ਸਨ ਜਿਨ੍ਹਾਂ ਵਿੱਚ ਦੀ ਹਾਥੀ ਲੰਘ ਜਾਇਆ ਕਰਦੇ ਸਨ, ਬਹੁਤ ਸੁੱਖ ਆਰਾਮ ਅਤੇ ਪਦਾਰਥਾਂ ਦੀ ਕਿਸੇ ਪ੍ਰਕਾਰ ਕੋਈ ਕਮੀ ਨਾ ਰਹੀ। ਇੱਥੇ ਰਹਿ ਕਰਕੇ ਕਵਿਰਾਜ ਜੀ ਨੇ ਜੋ ਗਰਭਗੰਜਨੀ ਟੀਕਾ ਹੈ, ਜਪਜੀ ਸਾਹਿਬ ਜੀ ਦੇ ਬਾਣੀ ਦੇ ਪਵਿੱਤਰ ਅਰਥ ਉਹ ਕਵਿਰਾਜ ਜੀ ਨੇ ਕੀਤੇ ਹੈ, ਜਿਸ ਦਾ ਜ਼ਿਕਰ ਕਵਿਰਾਜ ਜੀ ਨੇ ਆਪ ਕੀਤਾ ਹੈ। ਕੱਲ੍ਹ ਥੋੜ੍ਹਾ ਜ਼ਿਕਰ ਆਇਆ ਸੀਗਾ ਕਿ ਇੱਕ ਸੰਨਿਆਸੀ ਸੀ ਕੋਈ ਆਨੰਦ ਕਾਨ, ਉਸ ਨੇ ਜਪਜੀ ਸਾਹਿਬ ਦੀ ਬਾਣੀ ਦੇ ਅਰਥ ਕੀਤੇ ਸਨ। ਗੁਰਮਤਿ ਤੋਂ ਨਾ ਜਾਣੂ ਹੋਣ ਕਰਕੇ ਉਸ ਨੇ ਆਪਣੀ ਮਨਮਰਜ਼ੀ ਦੇ ਅਰਥ ਕਰ ਦਿੱਤੇ ਸਨ, ਅਤੇ ਰਾਜਾ ਉਦੈ ਸਿੰਘ ਜੀ ਨੇ ਉਹ ਟੀਕਾ ਜਿਹੜਾ ਸੀ ਕਵਿਰਾਜ ਜੀ ਨੂੰ ਪੜ੍ਹਨ ਵਾਸਤੇ ਦਿੱਤਾ, ਅਤੇ ਫਿਰ ਪੁੱਛਿਆ ਕਿ ਤੁਹਾਨੂੰ ਇਹ ਅਰਥ ਕੈਸੇ ਲੱਗੇ ਨੇ। ਕਵਿਰਾਜ ਜੀ ਨੇ ਦੱਸਿਆ ਕਿ ਜਿਸ ਸੰਨਿਆਸੀ ਨੇ ਅਰਥ ਕੀਤੇ ਨੇ ਉਹ ਗੁਰੂ ਸਾਹਿਬ ਜੀ ਦੀ ਮੱਤ ਤੋਂ ਵਾਕਫ ਨਹੀਂ ਹੈ। ਫਿਰ ਰਾਜੇ ਉਦੈ ਸਿੰਘ ਜੀ ਨੇ ਆਪ ਜੀ ਨੂੰ ਇਹ ਜਪਜੀ ਸਾਹਿਬ ਦੀ ਬਾਣੀ ਦਾ ਟੀਕਾ ਕਰਨ ਵਾਸਤੇ ਬੇਨਤੀ ਕੀਤੀ, ਤਾਂ ਆਪ ਜੀ ਨੇ ਇਹ ਗਰਭਗੰਜਨੀ ਟੀਕਾ ਜਿਹੜਾ ਸੀ ਇਹ ਕੈਂਥਲ ਵਿੱਚ ਰਹਿ ਕਰਕੇ ਸਿਰਜਣਾ ਕੀਤਾ। ਆਪ ਦੇ ਜੀਵਨ ਦੇ ਅੰਦਰ ਜਦੋਂ ਆਪ ਬੂੜੀਏ ਆਦਿਕ ਨਗਰਾਂ ਵਿੱਚ ਰਹੇ ਹੈ, ਆਪ ਦੀ ਰਚਨਾ ਦੱਸਦੀ ਹੈ ਕਿ ਆਪ ਜੀ ਨੂੰ ਗੁਰੂ ਸਾਹਿਬ ਜੀ ਦੇ ਇਤਿਹਾਸ ਦੇ ਸਿਰਜਣ ਦੀ ਭਾਰੀ ਲਾਲਸਾ ਸੀ। ਮਨ ਦੇ ਅੰਦਰ ਇੱਛਾ ਸੀ, ਖਾਹਸ਼ ਸੀ ਕਿ 10 ਗੁਰੂ ਸਾਹਿਬਾਨ ਜੀ ਦਾ ਇਤਿਹਾਸ ਲਿਖੀਏ। ਇਸ ਇੱਛਾ ਨੂੰ ਲੈ ਕਰਕੇ ਆਪ ਜੀ ਨੇ ਜਮਨਾ ਦੇ ਕੰਢੇ 'ਤੇ ਬਹੁਤ ਬੰਦਗੀ ਵੀ ਕੀਤੀ ਹੈ। ਤਕਰੀਬਨ ਉਹ 5 ਸਾਲ ਦਾ ਸਮਾਂ ਜਦੋਂ ਆਪ ਜੀ ਨੇ ਸਾਧਨਾ ਦੇ ਅੰਦਰ ਬਤੀਤ ਕੀਤਾ, ਗੁਰਮੰਤਰ ਦਾ ਬਹੁਤ ਲੰਮਾ ਸਮਾਂ ਅਭਿਆਸ ਕੀਤਾ। ਫਿਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਦਰਸ਼ਨ ਦੀਦਾਰ ਪ੍ਰਾਪਤ ਹੋਇਆ। ਆਪ ਜੀ ਨੂੰ ਸਤਿਗੁਰਾਂ ਜੀ ਦੇ ਕੋਲੋਂ ਆਸ਼ੀਰਵਾਦ ਪ੍ਰਾਪਤ ਹੋਣਾ,
ਅਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਜੀਵਨ ਇਤਿਹਾਸ ਆਪ ਜੀ ਨੇ ਲਿਖਣਾ। ਜੋ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਆਪ ਜੀ ਨੇ ਸਤਿਗੁਰਾਂ ਜੀ ਦਾ ਪਵਿੱਤਰ ਜੀਵਨ ਇਤਿਹਾਸ ਰਚਿਆ। ਇਸ ਤੋਂ ਹੋਰ ਕਈ ਗ੍ਰੰਥਾਂ ਦੇ ਅੱਗੇ ਜਨਮ ਹੋਏ ਹੈ। ਬਹੁਤ ਸਾਰੇ ਵਿਦਵਾਨਾਂ ਨੇ ਟੇਕ ਲੈ ਕਰਕੇ ਆਪ ਜੀ ਦੇ ਇਸ ਗ੍ਰੰਥ ਦੀ ਬਹੁਤ ਸਾਰੇ ਗ੍ਰੰਥਾਂ ਦੀ ਰਚਨਾ ਕੀਤੀ। ਜੋ ਕਥਾ ਦਾ ਕਰਨਾ ਹੁੰਦਾ ਹੈ, ਜੇ ਵਿੱਦਿਆ ਪੂਰਨ ਤੌਰ 'ਤੇ ਨਾ ਪੜ੍ਹੀ ਹੋਵੇ ਤਾਂ 1-2 ਮਹੀਨੇ ਵਿੱਚ ਹੀ ਜੋ ਕਥਾ ਕਰਦਿਆਂ ਹੋਇਆਂ ਕਈਆਂ ਦੇ ਕੋਲ ਜਿਹੜਾ ਹੈ ਉਹ ਮਸਾਲਾ ਮੁੱਕ ਹੀ ਜਾਂਦਾ ਹੈ। ਪਰ ਕਵੀਰਾਜ ਜੀ ਨੇ ਇਹੋ ਜਿਹਾ ਮਹਾਨ ਜਿਹੜਾ ਹੈ ਇਤਿਹਾਸ ਲਿਖ ਦਿੱਤਾ, ਏਡੀ ਵੱਡੀ ਸਮੱਗਰੀ ਪੰਥ ਨੂੰ ਦਿੱਤੀ ਹੈ। ਇਹ ਜਾਣੋ ਕਿ ਪ੍ਰਚਾਰਕਾਂ ਨੂੰ ਉਪਜੀਵਕਾ ਹੀ ਕਵੀਰਾਜ ਜੀ ਨੇ ਬਣਾ ਦਿੱਤੀ ਕਿ 2-2 3-3 ਸਾਲ ਇਹ ਇਤਿਹਾਸ ਜਿਹੜਾ ਹੈ ਇਹੋ ਜਿਹੀ ਸਮੱਗਰੀ ਦੇ ਦਿੱਤੀ ਹੈ ਕਿ ਨਾ ਮੁੱਕਣ ਵਾਲੀ। ਫਿਰ ਭਾਸ਼ਾ ਦਾ ਬਹੁਤ ਸਾਰਾ ਸਾਹਿਤਕ ਪੱਖ ਤੋਂ ਕਵੀਰਾਜ ਜੀ ਨੇ ਇਹਦੇ ਅੰਦਰ ਜੋ ਭਰਿਆ ਹੈ ਬੋਲੀਆਂ ਦੁਆਰਾ, ਭਾਸ਼ਾ ਦੁਆਰਾ, ਇਹ ਸਾਹਿਤਕ ਪੱਖ ਤੋਂ ਵੀ ਬਹੁਤ ਭਾਰੀ ਅਮੀਰ ਹੈ। ਕਵੀਰਾਜ ਜੀ ਦਾ ਰਚਿਆ ਹੋਇਆ ਸ਼੍ਰੀ ਨਾਨਕ ਪ੍ਰਕਾਸ਼ ਗ੍ਰੰਥ ਅਤੇ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ। ਕਵੀਰਾਜ ਜੀ ਨੇ ਇਉਂ ਬੰਦਗੀ ਕਰਕੇ ਸਤਿਗੁਰਾਂ ਜੀ ਤੋਂ ਆਸ਼ੀਰਵਾਦ ਲੈ ਕਰਕੇ ਇਸ ਪਾਵਨ ਗ੍ਰੰਥ ਦੀ ਪ੍ਰਾਰੰਭਤਾ ਕੀਤੀ। ਅਤੇ ਕਵੀਰਾਜ ਜੀ ਨੇ ਜਦੋਂ ਇਸ ਪਾਵਨ ਗ੍ਰੰਥ ਦੀ ਰਚਨਾ ਸ਼ੁਰੂ ਕੀਤੀ, ਅੱਗੇ ਜ਼ਿਕਰ ਆਵੇਗਾ ਕਿ ਅਸੀਂ ਕਿਹਨਾਂ ਗ੍ਰੰਥਾਂ ਤੋਂ ਸਰੋਤ ਲਏ ਹੈ ਜਦੋਂ ਅਸੀਂ ਸ਼੍ਰੀ ਨਾਨਕ ਪ੍ਰਕਾਸ਼ ਗ੍ਰੰਥ ਰਚਿਆ ਅਤੇ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਰਚਿਆ ਹੈ। ਇਸ ਪ੍ਰਕਾਰ ਕਵੀਰਾਜ ਜੀ ਜਿਵੇਂ ਆਪਣੇ ਮੁਖ ਤੋਂ ਫਿਰ ਕਵਿਤਾ ਉਚਾਰਨ ਕਰਦੇ ਹੈ, ਰਚਨਾ ਕਰਦੇ ਹੈ। ਕਵੀਰਾਜ ਜੀ ਦਾ ਕਿਹੋ ਜਿਹਾ ਦਿਨ ਗੁਜ਼ਰਦਾ ਹੈ, ਇਹ ਥੋੜ੍ਹੇ ਟੂਕ ਮਾਤਰ ਜਿਹੜੇ ਹੈ ਹਵਾਲੇ ਦਿੱਤੇ ਹੈ। ਮਹਾਰਾਜਾ ਉਦੈ ਸਿੰਘ ਜੀ ਉਹਨਾਂ ਦੀ ਬਾਬਤ ਵੀ ਜ਼ਿਕਰ ਕੀਤਾ ਹੈ ਕਿ ਉਹ ਏਡੇ ਨਿਮਰਤਾਵਾਨ ਸਨ ਕਿ ਆਪਣੇ ਆਪ ਨੂੰ ਰਾਜਾ ਉਦੈ ਸਿੰਘ ਨਹੀਂ ਸੀ ਅਗਵਾਉਂਦੇ, ਭਾਈ ਉਦੈ ਸਿੰਘ ਅਖਵਾਇਆ ਕਰਦੇ ਸਨ। ਇਸ ਪ੍ਰਕਾਰ ਕਵੀਰਾਜ ਜੀ ਦੀ ਉਹਨਾਂ ਨੇ ਬਹੁਤ ਭਾਰੀ ਕਦਰ ਕੀਤੀ ਅਤੇ ਕਵੀਰਾਜ ਜੀ ਤੋਂ ਐਸੇ ਗ੍ਰੰਥ ਜਿਹੜੇ ਸੀ ਉਹ ਲਿਖਵਾਏ। ਕਵੀਰਾਜ ਜੀ ਨੇ ਆਪਣੀ ਇੱਛਾ ਗੁਰੂ ਸਾਹਿਬ ਦੇ ਇਤਿਹਾਸ ਨੂੰ ਲਿਖਣ ਦੀ ਉਹ ਵੀ ਇੱਥੇ ਪੂਰੀ ਕੀਤੀ ਹੈ। ਜਿਵੇਂ ਕਵੀਰਾਜ ਜੀ ਦੇ ਜੀਵਨ ਦੀ ਬਾਬਤ ਜ਼ਿਕਰ ਆਉਂਦਾ ਹੈ ਕਿ ਆਪ ਜੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਨੂੰ ਕਿੰਨੇ ਪਿਆਰ ਨਾਲ ਪੜ੍ਹਿਆ ਕਰਦੇ ਅਤੇ ਬਾਣੀ ਦੀ ਬਾਬਤ ਜੋ ਆਪ ਦੀ ਸ਼ਰਧਾ ਹੈ ਕਵੀਰਾਜ ਜਿਵੇਂ ਪੰਕਤੀਆਂ ਦੁਆਰਾ ਜ਼ਿਕਰ ਕਰਦੇ ਹਨ। ਤੋ ਆ ਰਿਹਾ ਹੈ ਜ਼ਿਕਰ, ਆਓ ਪਿਆਰ ਦੇ ਨਾਲ ਸਰਵਣ ਕਰੀਏ। ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧੰਨ ਜਨਮ ਜਿਨ ਲਿਖਿਓ ਭਾਉ ਧਰ। ਤੋ ਕਵੀਰਾਜ ਜੀ ਕਹਿੰਦੇ ਆ ਉਹਨਾਂ ਗੁਰਸਿੱਖਾਂ ਦਾ ਜਨਮ ਧੰਨ ਹੈ ਜਿਨ੍ਹਾਂ ਨੇ ਪ੍ਰੇਮ ਧਾਰ ਕੇ ਸਤਿਗੁਰਾਂ ਜੀ ਦੀ ਬਾਣੀ ਨੂੰ ਲਿਖਿਆ ਹੈ। ਇਹ ਕਵੀਰਾਜ ਜੀ ਇੱਥੇ ਜੋ ਕੁਝ ਉਹਨਾਂ ਦੇ ਜੀਵਨ ਵਿੱਚ ਵਰਤਦਾ ਨਾ ਉਹ ਕਵੀਰਾਜ ਜੀ ਨੇ ਲਿਖਿਆ ਹੈ। ਕਿਉਂਕਿ ਜ਼ਿਕਰ ਆਉਂਦਾ ਹੈ ਕਵੀਰਾਜ ਜੀ ਦੇ ਜਦੋਂ ਆਪ ਜੀ ਆਪਣੀ ਦਿਨ ਦੀ ਕਿਰਿਆ ਨੂੰ ਸ਼ੁਰੂ ਕਰਦੇ, ਜਿਨ੍ਹਾਂ ਨੇ ਅੱਖੀਂ ਡਿੱਠਾ ਉਹਨਾਂ ਦੇ ਹਵਾਲੇ ਦੇ ਕਰਕੇ ਇੱਥੇ ਟੂਕਾਂ ਦਿੱਤੀਆਂ ਗਈਆਂ ਕਿ ਕਵੀਰਾਜ ਜੀ ਨੂੰ ਜਿਨ੍ਹਾਂ ਨੇ ਡਿੱਠਿਆ ਉਹਨਾਂ ਦਾ ਕੈਸਾ ਜੀਵਨ ਸੀ। ਕਹਿੰਦੇ ਨੇ ਪਹਿਰ ਰਾਤ ਰਹਿੰਦੀ ਤਕਰੀਬਨ 2 ਵਜੇ ਦੇ ਸਮੇਂ ਕਵੀਰਾਜ ਜੀ ਜਾਗ ਪਿਆ ਕਰਦੇ ਸੀ ਅਤੇ ਇਸ਼ਨਾਨ ਸੋਧ ਕਰਕੇ ਧਿਆਨ ਟਿਕਾਉਂਦੇ ਗੁਰਮੰਤਰ ਦੇ ਵਿੱਚ, ਗੁਰਮੰਤਰ ਦਾ ਜਾਪ ਕਰਦੇ। ਫਿਰ ਜਦੋਂ ਧਿਆਨ ਨੂੰ ਛੱਡਦੇ ਤਾਂ ਜਿੱਥੇ ਆਪ ਜੀ ਦੀ ਹਵੇਲੀ ਕੈਂਥਲ ਦੇ ਵਿੱਚ ਵੀ ਰਹੀ ਹੈ
ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਸੀ ਇੱਕ ਵੱਖਰੇ ਕਮਰੇ ਦੇ ਅੰਦਰ। ਤੇ ਕਵਿਰਾਜ ਬਹੁਤ ਚਾਅ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਪੜ੍ਹਿਆ ਕਰਦੇ। ਤੇ ਵੇਖਣ ਵਾਲਿਆਂ ਨੇ ਇਹ ਅੰਕਿਤ ਕੀਤਾ ਹੈ ਕਿ ਕਵਿਰਾਜ ਜੀ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠ ਕੇ ਬਾਣੀ ਪੜ੍ਹਦੇ, ਉਹਨਾਂ ਦਾ ਚਿਹਰਾ ਲਾਲ ਭਖਦਾ ਹੁੰਦਾ ਤੇ ਇੰਨਾ ਪ੍ਰਤਾਪ, ਇੰਨਾ ਨੂਰ ਮਸਤਕ 'ਤੇ ਹੁੰਦਾ ਕਿ ਦੇਖਿਆ ਨਾ ਜਾਂਦਾ। ਤੇ ਕਈ ਵਾਰ ਬਾਣੀ ਪੜ੍ਹਦਿਆਂ ਹੋਇਆਂ ਦੇ ਪਿਆਰ ਦੇ ਨਾਲ ਨੇਤਰਾਂ ਵਿੱਚੋਂ ਜਲ ਵਹਿਣ ਲੱਗ ਪੈਂਦਾ। ਇਉਂ ਜਦੋਂ ਬਾਣੀ ਪੜ੍ਹ ਕੇ ਆਪਦੇ ਕਮਰੇ ਵਿੱਚੋਂ, ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਹੁੰਦਾ, ਬਾਹਰ ਆਉਂਦੇ ਤੇ ਪ੍ਰੇਮੀ ਵੇਖ ਕਰਕੇ ਹੈਰਾਨ ਹੋ ਜਾਂਦੇ। ਇਹੋ ਜੀ ਵੱਖਰੀ ਆਭਾ ਆਪਦੇ ਚਿਹਰੇ 'ਤੇ ਹੁੰਦੀ। ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਬਾਣੀ ਨਾਲ ਇਹੋ ਜਿਹਾ ਪਿਆਰ ਕਰਦੇ ਕਿ ਆਪਣੇ ਜੀਵਨ ਨੂੰ ਉਹਨਾਂ ਨੇ ਬਾਣੀ ਨਾਲ ਰੰਗਰੇਜ਼ ਕੀਤਾ ਸੀਗਾ। ਕਵਿਰਾਜ ਬਾਣੀ ਦੀ ਪ੍ਰੀਤ ਦੱਸਦੇ ਹੈ, ਕਿਉਂਕਿ ਉਹਨਾਂ ਸਮਿਆਂ ਦੇ ਅੰਦਰ ਗੁਰਸਿੱਖ ਬਾਣੀ ਹੱਥਾਂ ਨਾਲ ਲਿਖਿਆ ਕਰਦੇ ਸੀਗੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵੀ ਹੱਥਾਂ ਨਾਲ ਲਿਖਣ ਵਿੱਚ ਸਿੱਖ ਪ੍ਰੇਮ ਕਰਦੇ ਤੇ ਇੱਕ ਦੂਸਰੇ ਨੂੰ ਇਉਂ ਬਾਣੀ ਦੀਆਂ ਪੋਥੀਆਂ ਸਾਹਿਬ ਵੀ ਜਿਹੜੀਆਂ ਸਨ ਉਹ ਲਿਖ ਕਰਕੇ ਦਿਆ ਕਰਦੇ ਸੀਗੇ। ਸੱਚੇ ਪਾਤਸ਼ਾਹ ਜੀ ਨੇ ਵੀ ਕਿਹਾ ਕਿ ਭਾਈ ਜਿਨ੍ਹਾਂ ਨੇ ਹੱਥਾਂ ਨਾਲ ਹਜ਼ੂਰ ਦੀ ਬਾਣੀ ਨੂੰ ਲਿਖਿਆ, ਨਿਰੰਕਾਰ ਦੇ ਜਸ ਨੂੰ ਲਿਖਿਆ, ਉਹ ਹੱਥ ਪਵਿੱਤਰ ਹਨ। ਕਵਿਰਾਜ ਕਹਿੰਦੇ ਧੰਨ ਹਨ ਉਹ ਗੁਰਸਿੱਖ ਜਿਨ੍ਹਾਂ ਨੇ ਸਤਿਗੁਰਾਂ ਜੀ ਦੀ ਬਾਣੀ ਨੂੰ ਪ੍ਰੇਮ ਧਾਰ ਕੇ ਆਪਣੇ ਹੱਥਾਂ ਨਾਲ ਲਿਖਣਾ ਕੀਤਾ ਏ। ਸਫਲ ਹਾਥ ਆਪਣੇ ਕਰ ਤਾਹੇ, ਉਹਨਾਂ ਨੇ ਆਪਣੇ ਹੱਥਾਂ ਦਾ ਹੋਣਾ ਜਿਹੜਾ ਉਹ ਸਫਲਾ ਕਰ ਲਿਆ ਏ। ਪਟਹਿ ਪ੍ਰੇਮ ਤੇ ਹਰਖੇ ਉਰਮਹਿ, ਤੇ ਪੜ੍ਹਦੇ ਹਨ ਜਿਹੜੇ ਪ੍ਰੇਮ ਨਾਲ, ਉਹ ਫਿਰ ਉਹਨਾਂ ਨੂੰ ਅੰਦਰ ਹਿਰਦੇ ਵਿੱਚ ਖੇੜਾ ਪ੍ਰਾਪਤ ਹੁੰਦਾ ਹੈ। ਮਹਾਰਾਜ ਦੀ ਬਾਣੀ ਹਿਰਦੇ ਦਾ ਖੇੜਾ ਬਖਸ਼ਿਸ਼ ਕਰਦੀ ਹੈ, ਪ੍ਰਸੰਨ ਹੋ ਜਾਂਦੇ ਆ ਬਾਣੀ ਦੇ ਪੜ੍ਹਨ ਵਾਲੇ। ਪਲ ਕਹੇ ਝਲ ਕਹੇ ਜਲ ਦ੍ਰਿਗ ਮਾਹੇ, ਤੇ ਇਉਂ ਜਿਹੜੀਆਂ ਪਲਕਾਂ ਹਨ ਉਹ ਫਿਰ ਇਸ ਪ੍ਰਕਾਰ ਜਿਹੜੇ ਦ੍ਰਿਗ ਨੇਤਰ ਨੇ ਉਹ ਝਲਕ ਪੈਂਦੀਆਂ, ਉਛਲ ਪੈਂਦੀਆਂ, ਛਲਕ ਪੈਂਦੀਆਂ ਹਨ ਤੇ ਉਹਨਾਂ ਦੇ ਅੰਦਰ ਜਲ ਵਹਿਣ ਲੱਗ ਪੈਂਦਾ ਹੈ। ਸਤਿਗੁਰਾਂ ਜੀ ਦੀ ਬਾਣੀ ਪੜ੍ਹਦਿਆਂ ਹੋਇਆਂ ਇਉਂ ਪ੍ਰੇਮ ਦੇ ਉਛਾਲੇ ਆਉਂਦੇ ਹੈ ਤੇ ਉਹ ਪ੍ਰੇਮ ਦਾ ਉਛਾਲਾ ਨੇਤਰਾਂ ਵਿੱਚੋਂ ਨੀਰ ਬਣ ਕਰਕੇ ਬਾਹਰ ਵਗ ਪੈਂਦਾ ਹੈ। ਕਵਿਰਾਜ ਦੀ ਐਸੀ ਹਾਲਤ ਹੋਇਆ ਕਰਦੀ ਜਦੋਂ ਆਪ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠ ਕਰਕੇ ਬਾਣੀ ਪੜ੍ਹਦੇ ਨਾ, ਇਉਂ ਉਹਨਾਂ ਦੇ ਨੇਤਰਾਂ ਵਿੱਚ ਨੀਰ ਝਲਕਦਾ ਹੁੰਦਾ। ਹਰਖਹਿ ਜਨ ਅੰਮ੍ਰਿਤ ਕੋ ਬਰਖਹਿ, ਤੇ ਇਉਂ ਪਿਆਰੇ ਖੁਸ਼ ਹੋ ਜਾਂਦੇ ਆ, ਜਾਣੋ ਅੰਮ੍ਰਿਤ ਦੀ ਵਰਖਾ ਹੁੰਦੀ ਹੈ ਜਦੋਂ ਸੱਚੇ ਪਾਤਸ਼ਾਹ ਜੀ ਦੀ ਬਾਣੀ ਪੜ੍ਹਦੇ ਆ। ਇਉਂ ਜਾਣੋ ਕਿ ਉਹਨਾਂ ਦੇ ਅੰਦਰ ਨਾਮ ਅੰਮ੍ਰਿਤ ਦੀ ਵਰਖਾ ਹੀ ਹੁੰਦੀ ਹੈ। ਤਰਕਹਿ ਵਿਸ਼ ਗਨਨ ਗੁਣਨ ਅਵਗਾਹੇ, ਤੇ ਜਿਹੜੇ ਵਿਸ਼ੇ ਹੈ ਉਹਨਾਂ ਵਿੱਚ ਫਿਰ ਉਹ ਤਰਕ ਕਰਦੇ ਆ, ਭਾਵ ਵਿਸ਼ਿਆਂ ਨੂੰ ਮੰਦਾ ਜਾਣ ਕਰਕੇ ਤਿਆਗ ਦਿੰਦੇ ਆ ਤੇ ਗੁਣਾਂ ਦੇ ਉਹ ਧਾਰਨੀ ਹੋ ਜਾਂਦੇ ਆ, ਗੁਣਾਂ ਦੇ ਸਮੁੰਦਰ ਬਣ ਜਾਂਦੇ ਹਨ। ਸੇ ਨਰ ਪਰੇ ਪਾਰ ਨਹਿ ਜਨਮ ਹੈ, ਉਹ ਨਰ ਮਨੁੱਖ ਜਿਹੜੇ ਸਤਿਗੁਰਾਂ ਜੀ ਦੀ ਬਾਣੀ ਨਾਲ ਪ੍ਰੀਤ ਕਰਦੇ ਆ, ਉਹ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦੇ ਆ। ਫਿਰ ਉਹਨਾਂ ਨੂੰ ਜਨਮ ਧਾਰ ਕੇ ਸੰਸਾਰ 'ਚ ਨਹੀਂ ਆਉਣਾ ਪੈਂਦਾ। ਸੁਨਹਿ ਏਕ ਮਨ ਥਿਰਤਾ ਪਾਹੇ, ਸੁਣਦੇ ਹਨ ਜਿਹੜੇ ਇੱਕ ਮਨ ਇੱਕ ਚਿੱਤ ਲਾ ਕਰਕੇ, ਉਹਨਾਂ ਨੂੰ ਬਾਣੀ ਦੇ ਸੁਣਨ ਨਾਲ ਟਿਕਾ ਪ੍ਰਾਪਤ ਹੁੰਦਾ ਹੈ। ਮਨ ਜਿਹੜਾ ਹੈ ਉਹ ਟਿਕ ਜਾਂਦਾ ਹੈ ਇੱਕ ਰਸ। ਇਉਂ ਕਵਿਰਾਜ ਦੀ ਬਾਣੀ ਵਿੱਚ ਇਹ ਪ੍ਰੀਤ ਹੈ ਜੋ ਆਪਣੀ ਕਲਮ ਨਾਲ ਕਵਿਰਾਜ ਨੇ ਦਰਸਾਈ ਹੈ ਕਿ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਬਾਣੀ ਕੈਸਾ ਕ੍ਰਿਸ਼ਮਾ ਕਰਦੀ ਹੈ ਪ੍ਰਾਣੀ ਮਾਤਰ ਦੇ ਉੱਪਰ ਜੇ ਕੋਈ ਬਾਣੀ ਨਾਲ ਪ੍ਰੀਤ ਲਾਉਂਦਾ ਹੈ। ਤੇ ਇਹ ਵੀ ਜਿਹੜਾ ਹੈ ਇਤਿਹਾਸ ਦੇ ਅੰਦਰ ਬਚਨ ਆਉਂਦੇ ਆ ਨਾ ਕਿ ਮਨ ਜਾਗੇ ਕਿ ਇਹ ਨਿਸ਼ਾਨੀ ਮਿੱਠੀ ਲਾਗੈ ਸ਼੍ਰੀ ਗੁਰਬਾਣੀ। ਸਤਿਗੁਰਾਂ ਜੀ ਦੀ ਬਾਣੀ ਉਸ ਨੂੰ ਮਿੱਠੀ ਲੱਗਣ ਲੱਗ ਪੈਂਦੀ ਹੈ ਜਿਹਦਾ ਮਨ ਸੁੱਤਾ ਪਿਆ ਜਾਗ ਪੈਂਦਾ। ਇਹੀ ਜਾਗੇ ਹੋਏ ਮਨ ਦੀ ਨਿਸ਼ਾਨੀ ਹੈ। ਕਵਿਰਾਜ ਫਿਰ ਆਪਣੇ ਨਿੱਤ ਦੀ ਕਿਰਿਆ ਨੂੰ ਕਰਨ ਲੱਗ ਜਾਂਦੇ। ਬਹੁਤ ਭਾਰੀ ਉਦਮੀ ਸਨ। ਸਾਰਾ ਦਿਨ ਜਿਹੜਾ ਸੀ ਆਪਣੇ ਕੰਮਾਂ ਵਿਹਾਰਾਂ ਵਿੱਚ ਜਿਹੜਾ ਸੀ ਉਹ ਥੱਕਦੇ ਨਹੀਂ ਸੀਗੇ। ਜਦੋਂ ਕਵਿਰਾਜ ਜੀ ਨੇ ਕਥਾ ਦਾ ਲਿਖਾਉਣਾ ਆਰੰਭ ਕੀਤਾ ਹੈ, ਜ਼ਿਕਰ ਆਉਂਦਾ ਹੈ ਕਿ ਜਦੋਂ ਕਵਿਰਾਜ ਆਪਣੇ ਮੁਖ ਤੋਂ ਕਵਿਤਾ ਉਚਾਰਨ ਕਰਦੇ ਤੇ 4 ਲਿਖਾਰੀ ਜਿਹੜੇ ਸੀ ਉਹ ਲਿਖਣ ਵਾਸਤੇ ਲਾਏ ਹੁੰਦੇ ਤੇ
ਇਹ ਵੀ ਜ਼ਿਕਰ ਵਿਸ਼ੇਸ਼ ਕਰਕੇ ਲਿਖਿਆ ਹੋਇਆ ਹੈ ਕਿ ਲਿਖਾਰੀਆਂ ਦੇ ਵਿੱਚ ਤੇ ਆਪ ਵਿੱਚ ਪੜਦਾ ਹੁੰਦਾ ਸੀ। ਕਈ ਵਾਰ ਆਪ ਧਿਆਨ ਸਥਿਤ ਹੋ ਕਰਕੇ ਕਵਿਤਾ ਆਪਣੇ ਮੁਖ ਤੋਂ ਉਚਾਰਨ ਕਰਦੇ, ਤੇ ਕਈ ਵਾਰ ਇਉਂ ਲਹਿਜੇ ਨਾਲ ਇੱਧਰ ਉੱਧਰ ਤੁਰਦਿਆਂ ਫਿਰਦਿਆਂ ਜਿਵੇਂ ਆਪ ਮੁਹਾਰੇ ਹੀ ਉਹਨਾਂ ਦੇ ਮੁਖ ਤੋਂ ਕਵਿਤਾ ਨਿਕਲਦੀ, ਜਿਵੇਂ ਝਰਨਾ ਫੁੱਟਦਾ ਹੈ, ਇਵੇਂ ਤੁਰਦਿਆਂ ਫਿਰਦਿਆਂ ਵੀ ਜਿਹੜੀ ਸੀ ਕਵਿਤਾ ਉਚਾਰਨ ਕਰਦੇ। ਤੇ ਕਈ ਵਾਰ ਹੱਥ ਵਿੱਚ ਇੱਕ ਛੋਟੀ ਜਿਹੀ ਚਪਟੀ ਨਿਆਈ ਜਿਹੜੀ ਲੱਕੜੀ ਪਕੜੀ ਹੁੰਦੀ, ਤੇ ਉਹਨੂੰ ਆਪਣੇ ਹੱਥ 'ਤੇ ਮਾਰਦਿਆਂ ਤਾਲ ਪੂਰਦੇ ਕਵਿਤਾ ਦਾ। ਕਵਿਤਾ ਨੂੰ ਇਹੋ ਜਿਹਾ ਚਾਲ ਵਿੱਚ ਪੜ੍ਹਦੇ ਕਿ ਲਿਖਾਰੀ ਲਿਖਣ ਵਾਲੇ ਵੀ ਵਿਸਮਾਦ ਹੋ ਜਾਂਦੇ, ਸੁਣਨ ਵਾਲੇ ਵੀ ਹੈਰਾਨ ਹੋ ਜਾਂਦੇ। ਇਸ ਤਰ੍ਹਾਂ ਕਵਿਰਾਜ ਆਪਣੇ ਹੀ ਉਸ ਕਵਿਤਾ ਨੂੰ ਉਚਾਰਨ ਕਰਦੇ ਹੋਏ ਉਸ ਰਸ ਵਿੱਚ ਜਿਹੜਾ ਸੀ ਉਹ ਇਉਂ ਗਵਾਚ ਜਾਇਆ ਕਰਦੇ। ਕਈ ਚਿਰ ਫਿਰ ਉਹਨਾਂ ਨੂੰ ਇਉਂ ਸੁਰਤ ਨਾ ਸੀ ਪਰਤਦੀ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਉਹਨਾਂ ਨੂੰ ਧਿਆਨ ਦੇ ਵਿੱਚ ਦਰਸ਼ਨ ਜਿਹੜੇ ਸੀ ਨਾ ਉਹ ਬਖਸ਼ ਕਰਕੇ ਇਹੋ ਜਿਹੀ ਕਲਾ ਮਹਾਰਾਜ ਨੇ ਦਿੱਤੀ ਸੀ ਕਿ ਗੁਰੂ ਸਾਹਿਬ ਦੇ ਜੀਵਨ ਕੌਤਕਾਂ ਨੂੰ ਉਹ ਧਿਆਨ ਦੁਆਰਾ ਵੇਖ ਲੈਂਦੇ ਸਨ। ਐਸੀ ਅੰਤਰਾਤਮੇ ਇਹ ਕਵਿਰਾਜ ਜੀ ਨੇ ਸਤਿਗੁਰਾਂ ਜੀ ਦੀ ਕਥਾ ਜਿਹੜੀ ਹੈ, ਮਹਾਰਾਜ ਦਾ ਜੀਵਨ ਜੋ ਹੈ ਇਹ ਉਚਾਰਨ ਕੀਤਾ ਹੈ। ਤੇ ਜ਼ਿਕਰ ਆਉਂਦਾ ਹੈ ਕਿ ਕਵਿਰਾਜ ਜੀ ਦੇ, ਕਿਉਂਕਿ ਇਹ ਜੋ ਭਾਸ਼ਾ ਵਿਭਾਗ ਨੇ ਉਦਮ ਕੀਤਾ ਹੈ, ਇਹ ਬਹੁਤ ਸਾਰੇ ਪੁਰਾਣੇ ਜਿਹੜੇ ਆ ਖਰੜੇ ਲੱਭ ਕਰਕੇ ਫਿਰ ਇੱਕ ਥਾਵੇਂ ਭਾਈ ਵੀਰ ਸਿੰਘ ਸਾਹਿਬ ਜੀ ਦਾ ਇਹ ਬੜਾ ਭਾਰੀ ਉਦਮ ਹੈ ਕਿ ਉਹਨਾਂ ਨੇ ਬਹੁਤ ਭਾਰੀ ਇਹ ਯਤਨ ਕਰਕੇ ਕੌਮ ਦਾ ਵਡਮੁੱਲਾ ਸਰਮਾਇਆ ਜਿਹੜਾ ਸੀ ਇਹ ਕੌਮ ਦੇ ਹਵਾਲੇ ਕੀਤਾ। ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਕਵਿਰਾਜ ਜੀ ਦੇ ਸਮੇਂ ਦੇ ਹੋਏ ਜਿਹੜੇ ਉਤਾਰੇ ਹਨ ਉਹ ਉਹਨਾਂ ਵਿੱਚੋਂ ਕੋਈ ਵੀ ਪੁਰਾਣਾ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਜਿਹੜਾ ਉਹ ਸਾਨੂੰ ਨਹੀਂ ਮਿਲਿਆ, ਕਿਉਂਕਿ 4 ਉਤਾਰੇ ਤਾਂ ਇਹ ਕਵਿਰਾਜ ਦੇ ਸਮੇਂ ਵਿੱਚ ਹੀ ਹੋਏ, ਕਿਉਂਕਿ 4 ਲਿਖਾਰੀ ਲਿਖਦੇ ਸਨ ਤੇ ਕੇਵਲ ਕਵਿਰਾਜ ਲਿਖਾ ਨਹੀਂ ਸੀ ਦਿੰਦੇ, ਫਿਰ ਉਸ ਲਿਖੀ ਹੋਈ ਨੂੰ ਆਪ ਵਾਚਦੇ ਵੀ ਸੀਗੇ। ਤੇ ਕਈ ਵਾਰ ਕਵਿਰਾਜ ਆਪ ਵੀ ਲਿਖਦੇ। ਉਹਨਾਂ ਦੀਆਂ ਲਿਖਤਾਂ ਦੀਆਂ ਫੋਟੋਆਂ ਵੀ ਜਿਹੜੀਆਂ ਹਨ 1-2 ਵਿੱਚ ਛਾਪੀਆਂ ਹੋਈਆਂ ਹਨ। ਕਵਿਰਾਜ ਆਪ ਲਿਖ ਕਰਕੇ ਲਿਖੇ ਹੋਏ ਨੂੰ ਫਿਰ ਵਾਚਿਆ ਵੀ ਕਰਦੇ। ਤੇ ਇਉਂ ਇਹ ਵੀ ਜ਼ਿਕਰ ਆਉਂਦਾ ਹੈ ਕਿ ਕਵਿਰਾਜ ਕੈਂਥਲ ਦੇ ਅੰਦਰ ਕਥਾ ਵੀ ਕਰਦੇ ਰਹੇ ਹੈ। ਇਸੇ ਕਰਕੇ ਕਹਿੰਦੇ ਹੈ ਕਿ ਇਹ ਜੋ ਪਵਿੱਤਰ ਗ੍ਰੰਥ ਹੈ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਅਤੇ ਸ਼੍ਰੀ ਨਾਨਕ ਪ੍ਰਕਾਸ਼ ਗ੍ਰੰਥ, ਇਹਦੇ ਲਿਖਦਿਆਂ ਹੀ ਇਹ ਹਰਮਨ ਪਿਆਰਾ ਹੋ ਗਿਆ ਸੀ, ਸਾਰੇ ਪੰਥ ਵਿੱਚ ਪ੍ਰਚਲਿਤ ਹੋ ਗਿਆ ਸੀਗਾ। ਬਹੁਤ ਭਾਰੀ ਚਰਚਾ ਸੀ ਇਸ ਗ੍ਰੰਥ ਦੀ, ਕਿਉਂਕਿ ਕਵਿਰਾਜ ਆਪ ਕਥਾ ਕਰਿਆ ਕਰਦੇ ਤੇ ਬਹੁਤ ਸਾਰੇ ਵਿਦਵਾਨ ਪੁਰਖ ਕਵਿਰਾਜ ਜੀ ਤੋਂ ਪੜ੍ਹੇ ਹੋਏ ਉਹਨਾਂ ਦੇ ਵਿਦਿਆਰਥੀ ਸ਼ਿਸ਼ ਉਹ ਵੀ ਜਿਹੜੇ ਸੀ ਲਿਖ ਕਰਕੇ ਕਵਿਰਾਜ ਦੇ ਕੋਲੋਂ ਉਤਾਰੇ ਕਰ ਕਰਕੇ ਲੈ ਗਏ। ਉਹਨਾਂ ਨੁਸਖਿਆਂ ਵਿੱਚੋਂ ਹੀ ਜਿਹੜਾ ਬਹੁਤੇ ਤੱਥ ਜਿਹੜੇ ਆ ਉਹ ਪ੍ਰਾਪਤ ਹੋਏ ਆ। ਤੋ ਇਸ ਪ੍ਰਕਾਰ ਕਵਿਰਾਜ ਜੀ ਨੇ ਜਦੋਂ ਇਹ ਗ੍ਰੰਥ ਦੀ ਰਚਨਾ ਕੀਤੀ ਹੈ, ਨਾਲ ਕਥਾ ਕਰਨੀ, ਸਰੋਤਿਆਂ ਨੇ ਸ਼ੰਕੇ ਕਰਨੇ, ਜੋ ਅੱਗੇ ਜ਼ਿਕਰ ਆਵੇਗਾ 1-2 ਟੂਕ ਮਾਤਰ, ਉਹਨਾਂ ਸ਼ੰਕਿਆਂ ਦਾ ਫਿਰ ਕਵਿਰਾਜ ਜੀ ਨੇ ਸਮਾਧਾਨ ਕਰਨਾ। ਆਪ ਦਾ ਮਨ ਇੰਨਾ ਨਿਮਰੀ ਭੂਤ ਰਹਿੰਦਾ ਸੀ, ਜਿਵੇਂ ਕੱਲ੍ਹ ਜ਼ਿਕਰ ਆਇਆ ਹੈ। ਇੱਕ ਹੋਰ ਜ਼ਿਕਰ ਆਉਂਦਾ ਹੈ ਕਿ ਜਦੋਂ ਆਪ ਕਥਾ ਕਰਿਆ ਕਰਦੇ, ਬਹੁਤ ਸੰਗਤ ਪਿਆਰ ਦੇ ਨਾਲ ਕਥਾ ਗੁਰੂ ਮਹਾਰਾਜ ਦੇ ਜਸ ਦੀ ਸੁਣਿਆ ਕਰਦੀ ਤੇ ਸਤਸੰਗੀ ਬੜੇ ਪ੍ਰੇਮ ਦੇ ਨਾਲ ਆ ਕਰਕੇ ਸੰਗਤ ਵਿੱਚ ਜੁੜਿਆ ਕਰਦੇ। ਇੱਕ ਦਿਨ ਗੁਰਸਿੱਖ ਇੱਕ ਜਿਹੜੇ ਸੀ ਦੰਪਤੀ ਆਏ, ਪਤੀ ਸਤੀ, ਉਹਨਾਂ ਨੇ ਆ ਕਰਕੇ ਸਾਰੀ ਸੰਗਤ ਵਿੱਚ ਬੇਨਤੀ ਕੀਤੀ ਕਿ ਇੱਥੇ ਇੱਕ ਸੰਨਿਆਸੀ ਹੈ, ਉਹ ਜ਼ਬਰਦਸਤੀ ਸਾਡੇ ਪੁੱਤਰ ਨੂੰ ਘਰੋਂ ਲੈ ਗਿਆ ਤੇ ਉਹ ਸਾਡਾ ਪੁੱਤ ਵਾਪਸ ਨਹੀਂ ਦਿੰਦਾ, ਕਹਿੰਦਾ ਮੈਂ ਆਪਦਾ ਚੇਲਾ ਬਣਾਉਣਾ ਹੈ ਇਸ ਨੂੰ, ਤੇ ਉਹਦੇ ਕੇਸ ਕਤਲ ਕਰ ਦਿੱਤੇ ਆ ਉਸਨੇ। ਸਾਰੇ ਬਹੁਤ ਜ਼ਿਆਦਾ ਤੇ ਸਮੇਂ ਇਸ ਗੱਲ ਵਿੱਚ ਸਤਸੰਗੀ ਜਿਹੜੇ ਸੀ ਉਹ ਗੁੱਸੇ ਵਿੱਚ ਆਏ, ਕਹਿਣ ਲੱਗੇ ਵੀ ਕੌਣ ਹੈ ਜਿਹਨਾਂ ਤੁਹਾਡਾ ਪੁੱਤਰ ਜਿਹੜਾ ਹੈ ਉਹ ਚੱਕ ਲਿਆ ਤੇ ਉਹਨੂੰ ਆਪਣਾ ਚੇਲਾ ਬਣਾਉਣਾ ਚਾਹੁੰਦਾ, ਕਿਹੜਾ ਸੰਨਿਆਸੀ ਹੈ? ਉੱਥੇ ਇੱਕ ਰਾਮਗਿਰ ਨਾਮ ਦਾ ਸੰਨਿਆਸੀ ਸੀ ਜੋ ਮਹਾਰਾਜਾ ਉਦੇ ਸਿੰਘ ਦਾ ਬੜਾ ਸਤਿਕਾਰਿਆ ਹੋਇਆ ਸੀ, ਕਿਉਂਕਿ ਗੁਣੀ ਪੁਰਖਾਂ ਨੂੰ ਰਾਜਾ ਉਦੇ ਸਿੰਘ ਬਹੁਤ ਜ਼ਿਆਦਾ ਜਿਹੜਾ ਸੀ ਮਾਣ ਦਿੰਦੇ ਸੀ। ਉਹ ਰਾਮਗਿਰ ਦਾ ਪ੍ਰਭਾਵ ਵੀ ਬਹੁਤ ਜ਼ਿਆਦਾ ਸੀ ਸੰਨਿਆਸੀ ਦਾ। ਜਦੋਂ
ਰਾਮਗਿਰ ਦਾ ਨਾਮ ਉਹਨਾਂ ਦੱਸਿਆ ਤੇ ਫਿਰ ਸਾਰੇ ਸਤਸੰਗੀ ਚੁੱਪ ਕਰ ਗਏ ਵੀ ਰਾਜੇ ਨਾਲ ਕੌਣ ਗੱਲ ਕਰੇ ਹੁਣ। ਫਿਰ ਕਵਿਰਾਜ ਜੀ ਨੂੰ ਕਹਿਣ ਲੱਗੇ ਕਿ ਕਵਿਰਾਜ, ਤੁਹਾਡੇ ਤੋਂ ਬਿਨਾਂ ਰਾਜੇ ਉਦੈ ਸਿੰਘ ਨਾਲ ਕੋਈ ਗੱਲ ਨਹੀਂ ਕਰ ਸਕਦਾ ਤੇ ਤੁਸੀਂ ਕਿਰਪਾ ਕਰਕੇ ਰਾਜੇ ਨਾਲ ਗੱਲ ਕਰੋ। ਫਿਰ ਕਵਿਰਾਜ ਨੇ ਸਤਸੰਗੀਆਂ ਦੇ ਕਹਿਣ ਤੇ ਇਹ ਗੱਲ ਕਹੀ ਕਿ ਅਸੀਂ ਬਈ ਜੇ ਤੁਸੀਂ ਸਾਰੇ ਕਹਿੰਦੇ ਹੋ ਤੇ ਅਸੀਂ ਫਿਰ ਜ਼ਰੂਰ ਰਾਜੇ ਉਦੈ ਸਿੰਘ ਨਾਲ ਗੱਲ ਕਰਾਂਗੇ। ਤੇ ਜਦੋਂ ਰਾਜਾ ਉਦੈ ਸਿੰਘ ਨੂੰ ਕਵਿਰਾਜ ਮਿਲੇ ਹੈ ਤੇ ਫਿਰ ਸਾਰੀ ਇਹ ਵਿਥਿਆ ਦੱਸੀ ਹੈ ਕਿ ਜ਼ਬਰਦਸਤੀ ਰਾਮਗਿਰ ਸੰਨਿਆਸੀ ਨੇ ਉਹ ਜਿਹੜੇ ਹੈ ਮਾਤਾ ਪਿਤਾ ਕਰਲਾਉਂਦੇ ਹੈ, ਉਹਨਾਂ ਦਾ ਪੁੱਤਰ ਲੈ ਲਿਆ ਤੇ ਚੇਲਾ ਕਹਿੰਦਾ ਮੈਂ ਇਸ ਨੂੰ ਬਣਾਉਣਾ ਹੈ। ਉਹ ਚਾਹੁੰਦੇ ਸਾਡਾ ਪੁੱਤਰ ਸਾਨੂੰ ਵਾਪਸ ਮਿਲੇ। ਤੇ ਸਮੇਂ ਰਾਜਾ ਉਦੈ ਸਿੰਘ ਨੇ ਕਿਹਾ ਕਿ ਜਿਹੜਾ ਉਹ ਰਾਮਗਿਰ ਸੰਨਿਆਸੀ ਹੈ ਉਹਦਾ ਪਰਜਾ ਵਿੱਚ ਬੜਾ ਰਸੂਖ ਹੈ ਤੇ ਇਸ ਪ੍ਰਕਾਰ ਜੇ ਉਹਦੇ ਕੋਲੋਂ ਮੈਂ ਲਵਾਂਗਾ ਤੇ ਪੁੱਤਰ ਜੇ ਉਹਨੂੰ ਨਾ ਦਿੱਤਾ ਤਾਂ ਫਿਰ ਪਰਜਾ ਦੇ ਵਿੱਚ ਜਿਹੜਾ ਹੈ ਉਹ ਸਾਡੇ ਬਾਬਤ ਗਲਤ ਗੱਲਾਂ ਫੈਲਣਗੀਆਂ। ਕਵਿਰਾਜ ਕਹਿੰਦੇ ਤੁਸੀਂ ਪੁੱਛ ਵੇਖੋ। ਜਦੋਂ ਰਾਮਗਿਰ ਨੂੰ ਬੁਲਾ ਕਰਕੇ ਪੁੱਛਿਆ ਤਾਂ ਉਹ ਉਸਨੇ ਸਾਫ਼ ਇਨਕਾਰ ਕਰ ਦਿੱਤਾ। ਕਹਿਣ ਲੱਗਾ ਮੈਂ ਤਾਂ ਇਹਨੂੰ ਆਪਣਾ ਚੇਲਾ ਬਣਾਵਾਂਗਾ, ਮੈਂ ਇਹ ਵਾਪਸ ਨਹੀਂ ਦੇਣਾ। ਜਦੋਂ ਕਵਿਰਾਜ ਨੂੰ ਦੱਸਿਆ ਰਾਜੇ ਉਦੈ ਸਿੰਘ ਨੇ ਕਿ ਉਹ ਤਾਂ ਸੰਨਿਆਸੀ ਵਾਪਸ ਦੇਣ ਨੂੰ ਬੱਚਾ ਤਿਆਰ ਨਹੀਂ ਹੈ, ਕਵਿਰਾਜ ਤੇ ਸਮੇਂ ਮਨ ਉਪਰਾਮ ਹੋ ਗਿਆ ਤੇ ਫਿਰ ਕਵਿਰਾਜ ਕੈਂਥਲ ਨੂੰ ਛੱਡ ਕੇ ਤੁਰ ਚੱਲੇ। ਜਦੋਂ ਕੈਂਥਲ ਨੂੰ ਛੱਡ ਕੇ ਤੁਰ ਚੱਲੇ ਰਾਜਾ ਉਦੈ ਸਿੰਘ ਨੂੰ ਪਤਾ ਲੱਗਾ। ਉਹਨੇ ਪਿੱਛੇ ਆਪਣੇ ਅਹਿਲਕਾਰ ਭੇਜੇ, ਕਵਿਰਾਜ ਨੂੰ ਬੁਲਾ ਕਰਕੇ ਵਾਪਸ ਮੋੜ ਕੇ ਲੈ ਕੇ ਆਏ। ਹੱਸਦਿਆਂ ਹੋਇਆਂ ਰਾਜੇ ਉਦੈ ਸਿੰਘ ਨੇ ਕਿਹਾ ਭਾਈ ਸੰਤੋਖ ਸਿੰਘ ਜੀ, ਐਡੀ ਗਾੜੀ ਪ੍ਰੀਤ ਪਾ ਕੇ ਐਡੀ ਛੇਤੀ ਤੋੜ ਚੱਲੇ ਹੋ। ਫਿਰ ਭਾਈ ਸੰਤੋਖ ਸਿੰਘ ਜੀ ਨੇ ਕਿਹਾ ਕਵਿਰਾਜ ਜੀ ਨੇ ਕਿ ਰਾਜਾ ਸਾਹਿਬ ਮੈਂ ਤੁਹਾਡਾ ਆਪਜਸ ਨਹੀਂ ਸੀ ਸਹਾਰ ਸਕਦਾ, ਇਸ ਕਰਕੇ ਇੱਥੋਂ ਚਲੇ ਆ ਗਏ। ਮਨ ਵਿੱਚ ਇਹ ਸੋਚ ਲਿਆ ਕਿ ਇੱਥੋਂ ਚਲੇ ਜਾਈਏ। ਕਹਿਣ ਲੱਗੇ ਮੇਰਾ ਆਪਜਸ ਕਿਵੇਂ ਹੋਵੇਗਾ? ਕਹਿਣ ਲੱਗੇ ਮਹਾਰਾਜ ਤੁਸੀਂ ਸਿੱਖ ਰਾਜੇ ਹੋ, ਤੁਹਾਡੇ ਰਾਜ ਵਿੱਚ ਕਿਸੇ ਸਿੱਖ ਦੇ ਬੱਚੇ ਦੀ ਬੇਪੱਤੀ ਹੋਵੇ, ਉਹਦੇ ਕੇਸ ਕਤਲ ਕੀਤੇ ਜਾਣ ਤੇ ਸਿੱਖ ਕਦੋਂ ਫਿਰ ਤੁਹਾਡਾ ਜਿਹੜਾ ਹੈ ਉਹ ਜਸ ਕਰਨਗੇ? ਇਉਂ ਤੁਹਾਡੀ ਬਾਬਤ ਗੱਲਾਂ ਹੋਣਗੀਆਂ। ਇਹ ਸੋਚ ਕਰਕੇ ਕਿ ਮੈਂ ਰਾਜਾ ਉਦੈ ਸਿੰਘ ਦੀ ਫਿਰ ਕਾਹਨੂੰ ਨਿੰਦਾ ਸੁਣਨੀ ਹੈ, ਅਪਜਸ ਕਾਹਨੂੰ ਸੁਣਨਾ, ਇਸ ਕਰਕੇ ਮੈਂ ਤੁਰ ਚੱਲਿਆ ਸਾਂ। ਤੋ ਤੇ ਸਮੇਂ ਕਵਿਰਾਜ ਨੂੰ ਰਾਜਾ ਉਦੈ ਸਿੰਘ ਨੇ ਕਿਹਾ ਤੁਸੀਂ ਆਪਣੀ ਹਵੇਲੀ ਵਿੱਚ ਜਾਓ, ਬੱਚਾ ਉੱਥੇ ਪਹੁੰਚ ਜਾਏਗਾ। ਫਿਰ ਰਾਮਗਿਰ ਸੰਨਿਆਸੀ ਦੇ ਕੋਲੋਂ ਰਾਜੇ ਉਦੈ ਸਿੰਘ ਨੇ ਆਪਣਾ ਹੁਕਮ ਕਰਕੇ ਜਿਹੜਾ ਸੀ ਬੱਚਾ ਉੱਥੇ ਭੇਜਿਆ। ਕਵਿਰਾਜ ਦੇ ਜਦੋਂ ਕੋਲ ਉਹ ਬੱਚਾ ਆਇਆ, ਕਹਿੰਦੇ ਸਤਸੰਗੀਆਂ ਨੇ ਬੜੀ ਖੁਸ਼ੀ ਕੀਤੀ। ਫਿਰ ਉਸ ਬੱਚੇ ਨੂੰ ਜਿਹੜਾ ਸੀ ਰਹਿਤ ਵਿੱਚ ਪ੍ਰਪੱਕ ਕੀਤਾ ਗਿਆ, ਅੰਮ੍ਰਿਤ ਛਕਾਇਆ ਗਿਆ, ਕੇਸ ਰੱਖ ਕਰਕੇ ਉਹ ਗੁਰਸਿੱਖ ਸਜਿਆ। ਇਸ ਤਰ੍ਹਾਂ ਕਵਿਰਾਜ ਜੀ ਦਾ ਮਨ ਜਿਹੜਾ ਸੀ ਉਹ ਬੜਾ ਨਰਮ ਸੀਗਾ। ਕਿਸੇ ਵੀ ਸਤਸੰਗਤ ਵਿੱਚ ਆ ਕਰਕੇ ਕਿਸੇ ਵੱਲੋਂ ਕੀਤੀ ਹੋਈ ਫਰਿਆਦ ਨੂੰ, ਕੀਤੀ ਹੋਈ ਬੇਨਤੀ ਨੂੰ, ਉਹਦੇ ਸੁਣਾਏ ਹੋਏ ਦੁੱਖ ਨੂੰ ਉਹ ਕਵਿਰਾਜ ਜ਼ਰੂਰ ਦੂਰ ਕਰਦੇ, ਆਪਣਾ ਪੁਰ ਯਤਨ ਕਰਦੇ ਕਿ ਕੋਈ ਸਾਡੇ ਕੋਲ ਜੇ ਦੁਖੀ ਆਇਆ ਹੈ ਤੇ ਉਹਦਾ ਦੁੱਖ ਦੂਰ ਹੋਵੇ। ਤੇ ਅਥਿਤੀ ਭਾਵ ਬਹੁਤ ਜ਼ਿਆਦਾ ਸੀ ਕਵਿਰਾਜ ਜੀ ਦੇ ਅੰਦਰ। ਕੋਈ ਕਵਿਰਾਜ ਦੇ ਕੋਲ ਆਵੇ ਬਹੁਤ ਜੀ ਲਾ ਕਰਕੇ ਸੇਵਾ ਕਰਦੇ, ਤੁਰਨ ਲੱਗਿਆਂ ਨੂੰ ਬੜੇ ਸੁੰਦਰ ਦੁਸ਼ਾਲੇ ਭੇਟ ਕਰਿਆ ਕਰਦੇ। ਬਹੁਤ ਸੰਤ ਸੇਵੀ ਸੀ, ਕਵੀ ਜੀ ਦਾ ਸੁਭਾਅ ਐਸਾ ਸੀਗਾ। ਤੋ ਬਹੁਤ ਜ਼ਿਆਦਾ ਜ਼ਿਕਰ ਆਉਂਦੇ ਆ ਕਵਿਰਾਜ ਜੀ ਦੇ ਸੁਭਾਅ ਦੀ ਬਾਬਤ ਕਿ ਆਪ ਕਿਸੇ ਨੂੰ ਦੁਖੀ ਨਾ ਸੀ ਵੇਖ ਸਕਦੇ, ਇਹੋ ਜਿਹਾ ਉਹਨਾਂ ਦਾ ਮਨ ਦਰਬੀਭੂਤ ਸੀਗਾ। ਜਿਵੇਂ ਅੱਗੇ ਕਥਾ ਦੇ ਬਾਬਤ ਜ਼ਿਕਰ ਆ ਰਿਹਾ ਹੈ ਕਿ ਕਵਿਰਾਜ ਜਦੋਂ ਕਥਾ ਆਪ ਕਰਿਆ ਕਰਦੇ ਤੇ ਇਹ ਗ੍ਰੰਥ ਐਸਾ ਹਰਮਨ ਪਿਆਰਾ ਹੋਇਆ ਕਿ ਬਹੁਤ ਸਾਰੇ ਜਿਹੜੇ ਗੁਣੀ ਪੁਰਖ ਸਨ ਉਹਨਾਂ ਨੇ ਇਸ ਗ੍ਰੰਥ ਦੀਆਂ ਉਦੋਂ ਹੀ ਜਿਹੜੀਆਂ ਸੀ ਨਾ ਉਹ ਨਕਲਾਂ ਭਾਵ ਉਤਾਰੇ ਜਿਹੜੇ ਸੀ ਉਹ ਕਰਨੇ ਸ਼ੁਰੂ ਕਰ ਦਿੱਤੇ। ਐਸਾ ਇਸ ਗ੍ਰੰਥ ਦੇ ਕਰਕੇ ਬੜਾ ਮਹਾਨ ਜਿਹੜਾ ਸੀ ਉਹ ਪ੍ਰਚਾਰ ਗੁਰੂ ਮਹਾਰਾਜ ਦੇ ਪਵਿੱਤਰ ਜੀਵਨ ਦਾ ਹੋਇਆ। ਸ੍ਰੀ ਨਾਨਕ ਬਰ ਪਰਮ ਬਿਲਾਸਾ। ਫਿਰ ਜਦੋਂ ਕਵਿਰਾਜ ਕਥਾ ਕਰਿਆ ਕਰਦੇ ਤੇ ਉਹਦਾ ਜ਼ਿਕਰ ਕਰਦੇ ਆ ਹੁਣ, ਕਿਉਂਕਿ ਜਦੋਂ ਕਵਿਰਾਜ ਜੀ ਦੀ ਆਪਾਂ ਕਵਿਤਾ ਪੜ੍ਹਦੇ ਹਾਂ ਤੇ ਉਸ ਸਮੇਂ ਹਵਾਲੇ ਪਤਾ ਲੱਗਦੇ ਆ। ਜੇ ਕੋਈ ਕਹੇ ਕਿ ਕਵਿਰਾਜ ਕਥਾ ਨਹੀਂ ਕਰਦੇ ਰਹੇ ਤੇ ਹੁਣ ਇਹ ਹਵਾਲਾ ਆ ਰਿਹਾ ਹੈ ਕਿ ਕਵਿਰਾਜ ਇਸ ਗ੍ਰੰਥ ਦੀ ਆਪ ਕਥਾ ਕਰਦੇ ਰਹੇ ਹੈ।
ਕਹਿੰਦੇ ਆ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਬੜ ਸੁੰਦਰ ਇਤਿਹਾਸ ਹੈ, ਬਹੁ ਪੋਥੀ ਪਰ ਹੈ ਇਤਿਹਾਸਾ। ਇਹ ਸਰੋਤਿਆਂ ਨੇ ਸੁਣ ਕਰਕੇ ਕਹਿੰਦੇ ਫਿਰ ਜਦੋਂ ਇਤਿਹਾਸ ਕਹਿੰਦੇ ਕਵੀਰਾਜ ਕਥਾ ਕਰਦੇ ਤੇ ਸਰੋਤੇ ਸੁਣ ਕਰਕੇ ਫਿਰ ਪ੍ਰਸ਼ਨ ਕਰਦੇ ਕਵੀ ਜੀ ਨੂੰ ਕਿ ਬਹੁਤ ਪੋਥੀਆਂ ਦੇ ਉੱਤੇ ਗੁਰੂ ਸਾਹਿਬ ਦਾ ਜੋ ਇਤਿਹਾਸ ਹੈ ਸੋ ਤੋ ਲਿਖਿਓ ਅਵਰ ਬਿਦ ਤਹਿਵਾ। ਤੇ ਉੱਥੇ ਤਾਂ ਹੋਰ ਤਰੀਕੇ ਨਾਲ ਲਿਖਿਆ ਹੋਇਆ ਹੈ। ਕਵੀਰਾਜ ਕੋਲ ਜੇ ਆਪਣਾ ਸ਼ੰਕਾ ਜ਼ਾਹਰ ਕਰਦੇ ਤੁਮ ਮੁਖ ਸੋ ਅਵਰਹਿ ਬਿਦ ਕਹਿਵਾ। ਤੇ ਤੁਸੀਂ ਆਪਣੇ ਮੁਖ ਤੋਂ ਭਾਈ ਸੰਤੋਖ ਸਿੰਘ ਜੀ ਹੋਰ ਤਰੀਕੇ ਨਾਲ ਦੱਸਿਆ ਏ। ਇਹ ਸੰਸਾ ਹਮਰੇ ਉਰ ਆਇਓ। ਇਹ ਸ਼ੰਕਾ ਸਾਡੇ ਹਿਰਦੇ ਵਿੱਚ ਆਇਆ ਸੁਣ ਕਰਕੇ। ਕਿਉ ਤੁਮ ਅਨਤਹ ਗਤਿ ਅਲਾਇਓ। ਤੁਸੀਂ ਹੋਰ ਤਰੀਕੇ ਨਾਲ ਕਿਉਂ ਦੱਸਿਆ ਏ। ਸੋ ਕਹਿ ਕਰ ਸਭ ਦੇਹ ਮਿਟਾਏ। ਉਹ ਸਾਰਾ ਕਹਿ ਕੇ ਸਾਡਾ ਸੰਦੇਹ ਜਿਹੜਾ ਹੈ ਨਾ ਸ਼ੰਕਾ ਮਿਟਾ ਦਿਓ। ਗੁਰ ਪਦ ਨਿਸ਼ਚਾ ਜਿਸ ਤੇ ਆਏ। ਜਿਸ ਕਰਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਸਾਡਾ ਨਿਸ਼ਚਾ ਜਿਹੜਾ ਹੈ ਪ੍ਰੇਮ ਜਿਹੜਾ ਉਹ ਆ ਜਾਵੇ। ਤਿਨ ਤੇ ਸੁਨ ਕਬ ਬਚਨ ਬਖਾਨਾ। ਹੁਣ ਕਵੀਰਾਜ ਆਪਣੇ ਵੱਲੋਂ ਲਿਖਦੇ ਹੈ ਕਿ ਉਹਨਾਂ ਸਰੋਤਿਆਂ ਦੇ ਕੋਲੋਂ ਸੁਣ ਕਰਕੇ ਭਾਵ ਸਿੱਧ ਹੁੰਦਾ ਹੈ ਕਿ ਕਵੀਰਾਜ ਕਥਾ ਕਰਦੇ ਰਹੇ ਇਸ ਗ੍ਰੰਥ ਦੀ। ਆਪ ਕਹਿੰਦੇ ਸਰੋਤਿਆਂ ਦੇ ਕੋਲੋਂ ਸੁਣ ਕਰਕੇ ਤੁਮਰੀ ਧਨ ਸੁਮਤ ਮਤਵਾਨਾ। ਉਹਨਾਂ ਨੂੰ ਕਹਿੰਦੇ ਆ ਸਰੋਤਾ ਜਨੋ ਤੁਹਾਡੀ ਜਿਹੜੀ ਮੱਤ ਹੈ ਨਾ ਉਹ ਧੰਨ ਹੈ, ਸ੍ਰੇਸ਼ਟ ਮੱਤ ਵਾਲੇ ਹੋ। ਕਿਉਂਕਿ ਸਰੋਤਾ ਸੁਣੇ ਹੀ ਤੇ ਉਹਨੂੰ ਪਤਾ ਹੀ ਨਾ ਹੋਵੇ ਕਿ ਕੀ ਕਥਾ ਹੋ ਰਹੀ ਹੈ, ਬੈਠਾ ਟਾਈਮ ਹੀ ਟਪਾਈ ਜਾਵੇ ਤੇ ਫਿਰ ਉਹ ਕਿਵੇਂ ਪਤਾ ਲੱਗੇਗਾ ਉਹਨੂੰ ਕਥਾ ਦੇ ਵਿੱਚ ਉਹਦੀ ਰੁਚੀ ਨਾ ਹੋਵੇ। ਤਾਂ ਸਰੋਤੇ ਜਦੋਂ ਸੁਣਦੇ ਤਾਂ ਪ੍ਰਸ਼ਨ ਕਰਦੇ। ਕਵੀਰਾਜ ਜੀ ਕਹਿੰਦੇ ਹੈ ਕਿ ਜਦੋਂ ਸਰੋਤਿਆਂ ਸਾਨੂੰ ਪ੍ਰਸ਼ਨ ਕੀਤਾ ਹੈ ਅਸੀਂ ਫਿਰ ਉਹਨਾਂ ਸ਼ੰਕਿਆਂ ਦੇ ਸਮਾਧਾਨ ਵੀ ਕੀਤੇ। ਇੱਥੇ ਕੇਵਲ ਟੂਕ ਮਾਤਰ ਦੱਸਿਆ, ਸ਼ੰਕਿਆਂ ਦੇ ਸਮਾਧਾਨ ਤਾਂ ਫਿਰ ਕਥਾ ਵਿੱਚ ਆ ਜਾਣਗੇ। ਕੇਵਲ ਇੱਥੇ ਜ਼ਿਕਰ ਕਰਦੇ ਹੈ ਕਿਉਂਕਿ ਕਵੀਰਾਜ ਜੀ ਜਿਹੜੀ ਕਥਾ ਲਿਖਵਾਇਆ ਕਰਦੇ ਉਸ ਦੀ ਲੋਡੇ ਵੇਲੇ ਆਪ ਕਥਾ ਕਰਿਆ ਕਰਦੇ, ਨਾਲ ਨਾਲ ਜਿਹੜੇ ਸੀ ਲਿਖਵਾਉਂਦੇ ਤੇ ਨਾਲ ਨਾਲ ਕਥਾ ਵੀ ਕਰਦੇ। ਇਸ ਪ੍ਰਕਾਰ ਜ਼ਿਕਰ ਕਰਦੇ ਹਨ ਕਿ ਉਹ ਸਰੋਤਾ ਜਨਾਂ ਨੇ ਜਦੋਂ ਸ਼ੰਕਾ ਕਰਕੇ ਪੁੱਛਿਆ ਤੇ ਫਿਰ ਕਵੀਰਾਜ ਜੀ ਕਹਿੰਦੇ ਆ ਤੁਸੀਂ ਧੰਨੋ, ਸ੍ਰੇਸ਼ਟ ਮੱਤ ਹੈ ਤੁਹਾਡੀ। ਭਲੋ ਸੰਦੇਹ ਆਪ ਮਨ ਠਾਨਾ। ਇਹ ਭਲਾ ਸੰਦੇਹ ਸ਼ੰਕਾ ਜਿਹੜਾ ਤੁਸੀਂ ਮਨ ਦੇ ਅੰਦਰ ਕਰਨਾ ਕੀਤਾ ਏ। ਉੱਤਰ ਸੁਨਹੁ ਦੇ ਨਿਜ ਕੰਨ। ਤੇ ਧਿਆਨ ਦੇ ਕਰਕੇ ਆਪਣਾ ਕੰਨ ਦੇ ਕਰਕੇ ਸਾਡਾ ਉੱਤਰ ਜਿਹੜਾ ਉਹ ਸੁਣਨਾ ਕਰੋ। ਭਾਵ ਫਿਰ ਕਵੀਰਾਜ ਨੇ ਉੱਤਰ ਦਿੱਤੇ ਐ, ਸ਼ੰਕਿਆਂ ਦੀ ਨਿਵਰਤੀ ਕੀਤੀ ਐ। ਦੋਹਰਾ ਪ੍ਰਥਮੇ ਤੁਮ ਸੰਦੇਹ ਕੋ। ਕਹਿੰਦੇ ਹੁਣ ਪਹਿਲਾਂ ਤੁਹਾਡਾ ਜਿਹੜਾ ਮਨ ਦਾ ਸੰਦੇਹ, ਮਨ ਵਿੱਚ ਜੋ ਸ਼ੰਕਾ ਆਇਆ ਏ, ਸਭ ਬਿਦ ਕਰੋ ਵਿਨਾਸ਼। ਉਹ ਸਾਰੇ ਤਰੀਕਿਆਂ ਨਾਲ ਮੈਂ ਵਿਨਾਸ਼ ਕਰ ਦਿਆਂਗਾ, ਭਾਵ ਸ਼ੰਕਾ ਖਤਮ ਕਰ ਦਿਆਂਗਾ। ਬਦਨਿਹ ਤੇ ਉਚਰੋ। ਫਿਰ ਆਪਣੇ ਮੁਖ ਤੋਂ ਉਚਾਰਨ ਕਰਾਂਗਾ। ਬਹੁਰ ਸ੍ਰੀ ਨਾਨਕ ਪ੍ਰਕਾਸ਼। ਬਹੁਰੋ ਸ੍ਰੀ ਨਾਨਕ ਪ੍ਰਕਾਸ਼ ਗ੍ਰੰਥ, ਭਾਵ ਕਿ ਸਰੋਤਿਆਂ ਦੇ ਸਾਰੇ ਸ਼ੰਕੇ ਨਾਸ਼ ਕਰਕੇ ਕਵੀਰਾਜ ਜੀ ਕਹਿੰਦੇ ਬਹੁਰੋ ਅਸੀਂ ਫਿਰ ਸ਼੍ਰੀ ਨਾਨਕ ਪ੍ਰਕਾਸ਼ ਗ੍ਰੰਥ ਜਿਹੜਾ ਹੈ ਉਹਦੀ ਰਚਨਾ ਆਰੰਭ ਕੀਤੀ। ਕਿਉਂਕਿ ਜਿਹੜੀਆਂ ਜਨਮ ਸਾਖੀਆਂ ਸਨ ਉਹਦੇ ਵੀ ਬਹੁਤ ਸਾਰੇ ਨੁਸਖੇ ਜਿਹੜੇ ਸੀ ਉਹ ਪ੍ਰਾਪਤ ਹੁੰਦੇ ਸਨ। ਤੇ ਜੋ ਭਾਈ ਬਾਲਾ ਜੀ ਵਾਲੀ ਜਨਮ ਸਾਖੀ ਹੈ, ਜੋ ਜਨਮ ਸਾਖੀ ਦਾ ਅਰਥ ਹੁੰਦਾ ਹੈ ਜਨਮ ਸਾਖੀ, ਭਾਵ ਜਿਹੜਾ ਜਨਮ ਵੇਲੇ ਦੇ ਅੱਖਾਂ ਦੇ ਨਾਲ ਜਿਹਨੇ ਸਭ ਕੁਝ ਵੇਖਿਆ ਹੋਵੇ ਉਹ ਸਮੇਂ ਦੇ ਸਾਖੀ ਸਨ ਭਾਈ ਬਾਲਾ ਜੀ। ਭਾਈ ਬਾਲਾ ਜੀ ਨੇ ਗੁਰੂ ਮਹਾਰਾਜ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਇਹ ਸਾਰਾ ਇਤਿਹਾਸ ਕਿਹਾ। ਕਵੀਰਾਜ ਜੀ ਨੇ ਇਹੋ ਹੀ ਇਤਿਹਾਸ ਦੇ ਅੰਦਰ ਭਾਈ ਬਾਲਾ ਜੀ ਦੇ ਮੁਖ ਤੋਂ ਹੀ ਸਾਰਾ ਇਤਿਹਾਸ ਜਿਹੜਾ ਉਹ ਕਹਾਇਆ ਹੈ। ਸ੍ਰੀ ਬਾਲਾ ਸੰਦਰਵਾਜ ਇਹ ਜਿਹੜੇ ਸਿਰਲੇਖ ਆਉਂਦੇ ਹਨ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਅੰਗਦ ਸਾਹਿਬ ਜੀ ਦੇ ਹਜ਼ੂਰ ਇਹ ਸਾਰੀ ਕਥਾ ਹੋਈ ਹੈ। ਤੇ ਉਹਨਾਂ ਜਨਮ ਸਾਖੀਆਂ ਤੋਂ ਕਵੀਰਾਜ ਜੀ ਨੇ ਬਹੁਤ ਸਾਰੀਆਂ ਜਿਹੜੀਆਂ ਹਨ ਉਹ ਸਤਿਗੁਰਾਂ ਦੇ ਜੀਵਨ ਦੀਆਂ ਘਟਨਾਵਾਂ ਲਈਆਂ ਨੇ। ਪਰ ਜਿਹੜੇ ਕੋਈ ਗੁਰਮਤਿ ਦੇ ਅਨੁਕੂਲ ਨਹੀਂ ਸਨ ਚੀਜ਼ਾਂ ਉਹ ਕਵੀਰਾਜ ਜੀ ਨੇ ਜਿਹੜੀਆਂ ਛੱਡੀਆਂ। ਅਤੇ ਇਸ ਪ੍ਰਕਾਰ ਜਿਹੜਾ ਸੀ ਹੋਰ ਜਿੱਥੋਂ ਵੀ ਕਵੀਰਾਜ ਜੀ ਨੂੰ ਇਹ ਚੀਜ਼ਾਂ ਪ੍ਰਾਪਤ ਹੋਈਆਂ, ਇਹਨਾਂ ਗ੍ਰੰਥਾਂ ਦੇ ਸਰੋਤ ਕਿੱਥੋਂ ਬਣੇ, ਇਹ ਕਵੀਰਾਜ ਜੀ ਨੇ ਅੱਗੇ ਜ਼ਿਕਰ ਜਿਹੜਾ ਉਹ ਕੀਤਾ ਹੈ।
ਜਿਵੇਂ ਇਸ ਪ੍ਰਕਾਰ ਦੱਸਦੇ ਹਨ। ਮੋਹ ਮਹਿ ਸ਼ਕਤ ਨ ਹੁਤੀ ਵਿਸਾਲਾ। ਆਪਣੀ ਨਿਮਰਤਾ ਦਿਖਾਉਂਦੇ ਹੁਣ ਇਹ ਕਵੀ ਰਾਜ ਇੱਥੇ ਕਹਿੰਦੇ ਆ, ਮਹਾਰਾਜ ਮੇਰੇ ਵਿੱਚ ਤਾਂ ਇੰਨੀ ਭਾਰੀ ਸ਼ਕਤੀ ਨਹੀਂ ਸੀ ਹੈਗੀ, ਵਦਤ ਲਾਲਸਾ ਰਹੀ ਸੋ ਚਾਲਾ। ਪਰ ਮੇਰੇ ਮਨ ਦੇ ਅੰਦਰ ਲਾਲਸਾ ਜਿਹੜੀ ਸੀ ਨਾ, ਉਹ ਗੁਰੂ ਜੀ ਦੇ ਇਤਿਹਾਸ ਦੇ ਲਿਖਣ ਦੀ ਉਹ ਬਹੁਤ ਜ਼ਿਆਦਾ ਵੱਧਦੀ ਰਹਿੰਦੀ। ਹਰ ਵੇਲੇ ਮਨ ਦੇ ਵਿੱਚ ਇਹ ਖਿਆਲ ਰਹਿੰਦਾ ਕਿ ਸਤਿਗੁਰਾਂ ਜੀ ਦਾ ਪਵਿੱਤਰ ਜੀਵਨ ਇਤਿਹਾਸ ਲਿਖੀਏ। ਆਪਣੀ ਕਥਾ ਆਪ ਬਣਵਾਈ। ਇਹ ਜਿਹੜੀ ਕਥਾ ਹੈ ਸਤਿਗੁਰੂ ਗੁਰੂ ਮਹਾਰਾਜ ਸਾਹਿਬ ਨੇ ਆਪਣੀ ਕਥਾ ਆਪ ਹੀ ਬਣਵਾਈ ਹੈ। ਦਾਸ ਜਾਨ ਮੁਝ ਦਈ ਵਡਾਈ। ਮੈਨੂੰ ਆਪਣਾ ਸੇਵਕ ਜਾਣ ਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਵਡਿਆਈ ਦਿੱਤੀ ਹੈ। ਇਹ ਇੰਨੇ ਸੋਹਣੇ ਛੰਦਾਬੰਦੀ ਦੇ ਅੰਦਰ ਸੋਹਣੇ ਅਲੰਕਾਰਾਂ ਵਿੱਚ ਸਤਿਗੁਰਾਂ ਜੀ ਦਾ ਇਤਿਹਾਸ ਰਚ ਕਰਕੇ, ਨਹੀਂ ਤੇ ਕੋਈ ਇੱਕ ਦੋ ਕਵਿਤਾ ਲਿਖੇ ਤੇ ਉਹ ਤਾਂ ਮਾਣ ਹੀ ਨਹੀਂ ਉਹਦਾ ਥੱਲੇ ਆਉਂਦਾ। ਐਡਾ ਸੁੰਦਰ ਭਾਰੀ ਖਜ਼ਾਨਾ ਕਵੀ ਰਾਜ ਜੀ ਨੇ ਪੰਥ ਨੂੰ ਜਿਹੜਾ ਦਿੱਤਾ ਏ, ਸਤਿਗੁਰਾਂ ਜੀ ਦਾ ਪਵਿੱਤਰ ਜੀਵਨ ਇਤਿਹਾਸ। ਫਿਰ ਵੀ ਵੇਖੋ ਕਿੱਡੀ ਨਿਮਰਤਾ ਹੈ। ਕਵੀ ਰਾਜ ਜੀ ਦੇ ਉਚਾਰਨ ਕੀਤੇ ਹੋਏ ਕਵਿਤ ਸਵਈਏ ਜੇ ਪੜ੍ਹਨੇ ਨਹੀਂ ਆਉਂਦੇ ਤੇ ਉਹ ਕਹਿੰਦੇ ਆ ਕਿ ਭਾਈ ਸੰਤੋਖ ਸਿੰਘ ਜੀ ਨੂੰ ਕੀ ਪਤਾ ਸੀਗਾ। ਇਉਂ ਕਈ ਜਿਹੜੇ ਬਿਲਕੁਲ ਹੀ ਗੁਰਮਤਿ ਤੋਂ ਜਾਣੂ ਹੀ ਨਹੀਂ, ਜੋ ਉਹਨਾਂ ਨੂੰ ਕੋਈ ਸੋਝੀ ਨਹੀਂ, ਕੋਈ ਗਿਆਨ ਨਹੀਂ, ਉਹ ਭਾਈ ਸੰਤੋਖ ਸਿੰਘ ਜੀ ਬਾਰੇ ਕਹਿਣ ਲੱਗ ਜਾਂਦੇ, ਟੀਕਾ ਟਿੱਪਣੀ ਕਰਨ ਲੱਗ ਜਾਂਦੇ ਹੈ। ਐਡੇ ਵੱਡੇ ਵਿਦਵਾਨ ਹੁੰਦਿਆਂ ਹੋਇਆਂ ਆਪ ਨਿਮਰਤਾ ਨਾਲ ਕਹਿ ਰਹੇ ਆ, ਮੇਰੇ ਵਿੱਚ ਇੰਨੀ ਸ਼ਕਤੀ ਨਹੀਂ ਸੀ ਸੱਚੇ ਪਾਤਸ਼ਾਹ, ਇਹ ਤਾਂ ਤੁਸਾਂ ਮੈਨੂੰ ਆਪਣਾ ਸੇਵਕ ਜਾਣ ਕੇ ਮਹਾਰਾਜ ਵਡਿਆਈ ਦਿੱਤੀ ਹੈ। ਆਪਣੀ ਕਥਾ ਤੁਸਾਂ ਆਪ ਹੀ ਲਿਖਾ ਲਈ ਹੈ। ਸੁਰ ਸਰ ਸਮ ਗੁਰ ਕੀਰਤ ਪਾਵਨ। ਕਹਿੰਦੇ ਗੁਰੂ ਸਾਹਿਬ ਦੀ ਜਿਹੜੀ ਕੀਰਤੀ ਹੈ ਨਾ, ਜਸ, ਇਹ ਤਾਂ ਗੰਗਾ ਦੀ ਤਰ੍ਹਾਂ ਪਵਿੱਤਰ ਹੈ। ਹੁਣ ਪ੍ਰਮਾਣ ਦੇ ਕਰਕੇ ਕਹਿੰਦੇ ਆ ਕੇਵਲ, ਕਿਉਂਕਿ ਮਹਾਰਾਜ ਦੀ ਕੀਰਤੀ ਦੇ ਬਰਾਬਰ ਤਾਂ ਕੋਈ ਵੀ ਚੀਜ਼ ਪਵਿੱਤਰ ਨਹੀਂ। ਤੇ ਪ੍ਰਮਾਣ ਦਿੰਦੇ ਹੋਏ ਕਵੀ ਰਾਜ ਕਹਿੰਦੇ ਗੰਗਾ ਦੀ ਤਰ੍ਹਾਂ ਪਵਿੱਤਰ ਹੈ ਸਤਿਗੁਰਾਂ ਜੀ ਦੀ ਇਹ ਕੀਰਤੀ, ਮਹਾਰਾਜ ਦੇ ਜਸ ਦੀ ਕਥਾ। ਜਿਸ ਕੇ ਮਿਲੇ ਪਾਪ ਗਨ ਜਾਵਨ। ਤੇ ਜਿਵੇਂ ਗੰਗਾ ਵਿੱਚ ਮੰਨਦੇ ਆ ਕਿ ਇਸ਼ਨਾਨ ਕਰਨ ਨਾਲ ਪਾਪ ਨਾਸ਼ ਹੋ ਜਾਂਦੇ ਆ, ਅਸਲ ਵਿੱਚ ਕਵੀ ਰਾਜ ਕਹਿੰਦੇ ਗੁਰੂ ਸਾਹਿਬ ਦੇ ਜਸ ਦੀ ਕਥਾ ਹੈ। ਸਤਿਗੁਰਾਂ ਦੇ ਜਸ ਰੂਪੀ ਜਿਹੜੀ ਇਹ ਕਥਾ ਰੂਪ ਗੰਗਾ ਦੇ ਅੰਦਰ ਇਸ਼ਨਾਨ ਕਰੀਏ ਨਾ, ਜਨਮਾਂ ਜਨਮਾਂਤਰਾਂ ਦੇ ਕੀਤੇ ਹੋਏ ਪਾਪ ਨਾਸ਼ ਹੋ ਜਾਂਦੇ ਆ। ਇਹਦਾ ਇਸ਼ਨਾਨ ਕੀ ਹੈ? ਕੰਨਾਂ ਨਾਲ ਸੁਣਨਾ ਮਹਾਰਾਜ ਜੀ ਦੇ ਜਸ ਨੂੰ, ਇਹਦਾ ਇਸ਼ਨਾਨ ਹੈ ਕਥਾ ਰੂਪੀ ਗੰਗਾ ਦਾ। ਨਿੰਦਕ ਮੂਰਖ ਮਤ ਸਰ ਧਾਰੀ। ਹੁਣ ਇਹ ਪੰਕਤੀ ਜਿਹੜੀ ਹੈ ਨਾ, ਇਹ ਸਾਬਤ ਕਰਦੀ ਹੈ ਕਿ ਕਵੀ ਰਾਜ ਜਦੋਂ ਕਥਾ ਲਿਖਾਉਂਦੇ ਸੀਗੇ ਤੇ ਉਦੋਂ ਬਹੁਤ ਸਾਰੇ ਜਿਹੜੇ ਇਹੋ ਜਿਹੇ ਖੁਣ ਸਿਖਾਉਣ ਵਾਲੇ ਉਹ ਕਵੀ ਰਾਜ ਜੀ ਦੇ ਕਥਾ ਦੇ ਲਿਖਣ ਵਿੱਚ ਵਿਘਨ ਪਾਉਂਦੇ ਸਨ। ਤੇ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਵੀ ਹੋਣਗੀਆਂ ਜਿਹੜੀਆਂ ਆਪਣੇ ਮਤ ਮੁਤਾਬਕ ਉਹ ਇਸ ਕਥਾ ਵਿੱਚ ਪਾਉਣੀਆਂ ਚਾਹੁੰਦੇ ਹੋਣਗੇ ਜਾਂ ਰਲ ਗੱਡ ਕਰਨੀ ਚਾਹੁੰਦੇ ਹੋਣਗੇ। ਬਹੁਤ ਸਾਰੇ ਵਿਘਨ ਕਵੀ ਰਾਜ ਜੀ ਇੱਥੇ ਜ਼ਿਕਰ ਕਰ ਰਹੇ ਹੈ ਕਿ ਉਹ ਕਥਾ ਦੇ ਲਿਖਣ ਵਿੱਚ, ਇਹਦੇ ਵਿੱਚ ਮਿਲਾਵਟ ਕਰਨ ਵਿੱਚ ਪਾਉਂਦੇ ਸਨ, ਆਪੋ ਆਪਣਾ ਯਤਨ ਕਰਦੇ ਸਨ ਤੇ ਉਹਨਾਂ ਦੀ ਬਾਬਤ ਜ਼ਿਕਰ ਕਰਦੇ ਨੇ ਇਸੇ ਪ੍ਰਕਾਰ ਹੀ। ਨਿੰਦਕ ਮੂਰਖ ਮਤ ਸਰ ਧਾਰੀ। ਕਹਿੰਦੇ ਨਿੰਦਕ ਨੇ ਤੇ ਮਤਸਰ ਜਿਹੜੇ ਹਨ, ਈਰਖਾ ਕਰਨ ਵਾਲੇ, ਤੇ ਮੂਰਖ ਹਨ ਜਿਨ੍ਹਾਂ ਨੂੰ ਕੁਝ ਪਤਾ ਹੀ ਨਹੀਂ। ਇਹ ਤਿੰਨ ਤਰ੍ਹਾਂ ਦੇ ਕਵੀ ਰਾਜ ਜੀ ਨੇ ਜ਼ਿਕਰ ਕੀਤੇ ਆ। ਫਿਰ ਪੜੋ। ਨਿੰਦਕ ਮੂਰਖ ਮਤ ਸਰ ਧਾਰੀ। ਇੱਕ ਤਾਂ ਈਰਖਾ ਧਾਰਨ ਕਰਦੇ ਆ, ਉਹਨਾਂ ਨੂੰ ਇਹ ਪਤਾ ਨਹੀਂ ਕਿ ਅਸੀਂ ਕਿਉਂ ਇਹ ਕਰ ਰਹੇ ਹਾਂ, ਭਾਵੇਂ ਕਿ ਪਤਾ ਵੀ ਹੋਵੇ ਕਿ ਇਹ ਬਹੁਤ ਕੋਈ ਚੰਗਾ ਕਰਮ ਕਰ ਰਹੇ ਹੈ, ਪਰ ਫਿਰ ਵੀ ਜਿਹਨੂੰ ਈਰਖਾ ਦਾ ਡੰਗ ਵੱਜਾ ਹੁੰਦਾ ਨਾ, ਉਹ ਭਾਵੇਂ ਕਰਮ ਕਿੰਨਾ ਵੀ ਉੱਤਮ ਕੋਈ ਕਰ ਰਿਹਾ ਹੋਵੇ, ਉਹ ਈਰਖਾ ਕਰਦਾ ਹੋਇਆ ਉਹਦਾ ਵਿਰੋਧ ਹੀ ਕਰਦਾ ਹੈ। ਇੱਕ ਤਾਂ ਐਸੇ ਨੇ ਜਿਹੜੇ ਕਵੀ ਰਾਜ ਕਹਿੰਦੇ ਸਾਡੇ ਨਾਲ ਮਤਸਰ ਈਰਖਾ ਕਰਦੇ ਹੈ। ਹੁਣ ਈਰਖਾ ਦਾ ਹੋਣਾ ਸੁਭਾਵਿਕ ਹੈ। ਕਵੀ ਰਾਜ ਜਦੋਂ ਆਏ ਆ ਕੈਂਥਲ ਦੇ ਅੰਦਰ, ਰਾਜਾ ਉਦੇ ਸਿੰਘ ਵੱਲੋਂ ਐਡਾ ਜ਼ਿਆਦਾ ਆਪ ਦਾ ਮਾਣ ਸਤਿਕਾਰ ਹੋਣਾ, ਫਿਰ ਐਡੀ ਜ਼ਿਆਦੀ ਆਪ ਦੀ ਜਿਹੜੀ ਹੈ ਉਹ ਪ੍ਰਭਤਾ ਵਧਣੀ। ਜਿਹੜੇ ਵੀ ਕੋਈ ਵੱਡੇ ਵੱਡੇ ਵਿਦਵਾਨ ਪੰਡਤ ਆਉਂਦੇ ਸੀ ਉਹ ਹਾਰ ਖਾ ਖਾ ਕੇ ਜਾਂਦੇ ਸੀ, ਭਾਵੇਂ ਕਿ ਆਪ ਤਾਂ ਇਹੋ ਜਿਹਾ ਚਿੱਤ ਨਹੀਂ ਸੀ ਰੱਖਦੇ ਕਿ ਕਿਸੇ ਨੂੰ ਵਿੱਦਿਆ ਦੇ ਵਿੱਚ ਹਰਾ ਕੇ ਉਹਦੀ ਨਰਾਦਰੀ ਕੀਤੀ ਜਾਵੇ। ਪਰ ਆਪ ਹੀ ਕਈ ਰਾਜੇ ਉਦੇ ਸਿੰਘ ਦੇ ਕੋਲ ਆ ਕੇ ਮੰਗ ਕਰਦੇ ਕਿ ਅਸੀਂ ਤੁਹਾਡੇ ਕਵੀ ਜਿਹੜੇ ਆ ਭਾਈ ਸੰਤੋਖ ਸਿੰਘ ਨਾਲ ਚਰਚਾ ਕਰਨੀ ਹੈ। ਕਵੀ ਜੀ ਨੂੰ ਨੀਵਾਂ ਦਿਖਾਉਣਾ ਚਾਹੁੰਦੇ ਸੀ,
ਪਰ ਗੁਰੂ ਜੀ ਦੇ ਚਰਨਾਂ ਦਾ ਓਟ ਆਸਰਾ ਲੈ ਕਰਕੇ ਕਵਿਰਾਜ ਉਹਨਾਂ ਨੂੰ ਹਰਾ ਦਿੰਦੇ ਸੀ ਸ਼ਾਸਤਰਾਰਥ ਦੇ ਅੰਦਰ। ਇਉਂ ਵੇਖ ਲਓ ਕਿਹੋ ਜਿਹਾ ਸਮਾਂ ਹੋਵੇਗਾ। ਇਹ ਵੀ ਇੱਥੇ ਜ਼ਿਕਰ ਆਉਂਦਾ ਹੈ ਕਿ ਉਸ ਸਮੇਂ ਵਿੱਚ ਜਿਹੜੇ ਹੈ ਬਹੁਤ ਜ਼ਿਆਦਾ ਜਿਹੜਾ ਸੀ ਉੱਥੇ ਪੰਡਤਾਂ ਦਾ ਪ੍ਰਭਾਵ ਸੀਗਾ। ਭਾਵੇਂ ਕਵਿਰਾਜ ਜਦੋਂ ਇਸ ਗ੍ਰੰਥ ਦੀ ਰਚਨਾ ਕੀਤੀ ਹੈ, ਉਹ ਕਿਹੋ ਜਿਹਾ ਮਾਹੌਲ ਹੋਵੇਗਾ ਉਸ ਸਮੇਂ ਦਾ। ਕਵਿਰਾਜ ਨਾਲੇ ਤਾਂ ਗ੍ਰੰਥ ਦੀ ਰਚਨਾ ਕਰਦੇ ਹੈ, ਨਾਲੇ ਈਰਖਾਲੂਆਂ ਦੀ ਈਰਖਾ ਦਾ ਉਹ ਵੀ ਟਾਕਰਾ ਕਰਦੇ ਹੈ, ਨਿੰਦਕਾਂ ਦੀ ਨਿੰਦਾ ਵੀ ਜਿਹੜੀ ਆ ਉਹ ਕਰਦੇ ਹੈ ਅਤੇ ਸੁਣ ਛੱਡਦੇ ਹੈ। ਮੂਰਖ ਲੋਕਾਂ ਨਾਲ ਵੀ ਕਈ ਵਾਰ ਕਵਿਰਾਜ ਜੀ ਨੂੰ ਜਿਹੜਾ ਉਹ ਟੱਕਰ ਲੈਣੀ ਪੈਂਦੀ ਹੈ। ਉੱਤੋਂ ਕਿਤੇ ਕਿਤੇ ਇਹੋ ਜਿਹੇ ਚਰਚਾ ਦੇ ਦੰਗਲ ਵੀ ਪੈ ਜਾਂਦੇ, ਜਿੱਥੇ ਜਾ ਕਰਕੇ ਕਵਿਰਾਜ ਨੂੰ ਚਰਚਾ ਕਰਨੀ ਪੈਂਦੀ ਹੈ। ਵਿਦਿਆਰਥੀ ਪੜ੍ਹਾਉਣੇ ਹੁੰਦੇ ਹੈ, ਕੋਲ ਵਿਦਿਆਰਥੀ ਬੜੇ ਰਿਹਾ ਕਰਦੇ, ਕਵਿਰਾਜ ਉਹਨਾਂ ਨੂੰ ਪੜ੍ਹਾਇਆ ਕਰਦੇ। ਇਹੋ ਜਿਹਾ ਮਾਹੌਲ। ਅਤੇ ਕਵਿਰਾਜ ਕਹਿੰਦੇ ਜਦੋਂ ਗੁਰੂ ਸਾਹਿਬ ਜੀ ਦੀ ਇਹ ਜਸ ਦੀ ਗੰਗਾ, ਇਹਦੇ ਵਿੱਚ ਜਿਹੜਾ ਇਸ਼ਨਾਨ ਕਰਦਾ ਉਹਦੇ ਜਨਮਾਂ ਜਨਮਾਂਤਰਾਂ ਦੇ ਪਾਪ ਨਾਸ਼ ਕਰਨ ਵਾਲੀ ਹੈ। ਪਰ ਕਹਿੰਦੇ ਐਸੇ ਨਿੰਦਕ ਲੋਕ ਜਿਹੜੇ ਮਤਸਰ ਈਰਖਾ ਕਰਦੇ, ਨਾਲੇ ਨਿੰਦਾ ਕਰਦੇ ਗੁਰੂ ਜੀ ਦੀ ਬਾਣੀ ਦੀ ਕਥਾ ਦੀ, ਜਾਂ ਗੁਰੂ ਜੀ ਦੇ ਪਵਿੱਤਰ ਇਤਿਹਾਸ ਦੀ ਕਥਾ ਦੀ, ਅਤੇ ਫਿਰ ਕਈ ਮੂਰਖ ਪੁਣੇ ਵਿੱਚ ਹੀ ਆ ਕਰਕੇ ਜਿਹੜਾ ਸੀ ਉਹ ਵਿਰੋਧ ਕਰਦੇ। ਉਹ ਕੈਸੇ ਹਨ? ਰਾਸ਼ਪ ਮਹਿਕ ਕੋਲ ਸਮ ਭਾਰੀ। ਕਵਿਰਾਜ ਜੀ ਨੇ ਉਹਨਾਂ ਨੂੰ ਦਰਜਾ ਦਿੱਤਾ ਹੈ। ਕਹਿੰਦੇ ਰਾਸ਼ਪ ਗਧੇ ਨੂੰ ਕਹਿੰਦੇ ਆ, ਤੇ ਫਿਰ ਕੋਲ ਸੂਰ ਨੂੰ ਕਹਿੰਦੇ ਆ। ਫਿਰ ਪੜੋ, ਰਾਸ਼ਪ ਮਹਿਕ ਕੋਲ ਸਮ ਭਾਰੀ। ਕੋਲ ਸੂਰ ਨੂੰ ਕਹਿੰਦੇ, ਮਹਿਕ ਝੋਟੇ ਨੂੰ ਕਹਿੰਦੇ ਆ। ਕਵਿਰਾਜ ਕਹਿੰਦੇ ਇਹੋ ਜਿਹੇ ਆ ਜਿਹੜੇ ਗਧਿਆਂ ਵਾਂਗੂ ਦਲੱਤੇ ਹੀ ਮਾਰਨਾ ਜਾਣਦੇ ਆ, ਈਰਖਾ ਦੇ ਦਲੱਤੇ ਹੀ ਮਾਰਦੇ ਆ। ਝੋਟਿਆਂ ਵਾਂਗੂ ਮੂਰਖਾਂ ਵਾਂਗੂ ਸਿਰ ਹੀ ਮਾਰਨਾ ਜਾਣਦੇ ਆ। ਭਾਵ ਆਪਣੇ ਜਿਹੜੇ ਆ ਮੂੰਹ ਤੋਂ ਕੌੜੇ ਵਾਕ ਕਹਿ ਕੇ ਕਟੋਰਾਂ ਹੀ ਲਾਉਣੀਆਂ ਜਾਣਦੇ ਆ। ਇਸ ਪ੍ਰਕਾਰ ਜਿਹੜਾ ਹੈ ਉਹ ਸੂਰਾਂ ਵਾਂਗੂ ਕੀ ਹੈ, ਜਿਵੇਂ ਨਿੰਦਕ ਨਿੰਦਾ ਹੀ ਕਰਦੇ ਰਹਿੰਦੇ ਆ, ਉਹ ਐਵੇਂ ਗੰਦਗੀ ਜਿਵੇਂ ਸੂਰ ਖਾਂਦਾ ਰਹਿੰਦਾ ਹੈ, ਇਵੇਂ ਨਿੰਦਕ ਲੋਕ ਗੁਰੂ ਜੀ ਦੀ ਜਿਹੜੀ ਹੈ ਕਥਾ ਜਸ ਦੀ, ਇਹਦੀ ਨਿੰਦਾ ਹੀ ਕਰਦੇ ਰਹਿੰਦੇ ਆ। ਇਹੋ ਜਿਹੇ ਲੋਕ ਹਨ ਜਿਹੜੇ ਇਸ ਪਵਿੱਤਰ ਗੰਗਾ ਦੇ ਅੰਦਰ ਆਪਣੀਆਂ ਮੈਲੀਆਂ ਇੱਛਾਵਾਂ ਦੇ ਮੁਤਾਬਕ ਜਿਹੜੀ ਹੈ ਰਲ ਗੱਡ ਕਰਨੀ ਚਾਹੁੰਦੇ ਸਨ। ਖੌਰੂ ਪਾਏ ਕੁਬਚ ਕਉ ਭਾਵੈ। ਤੇ ਖੌਰੂ ਭਾਵ ਹੈ ਜਿਹੜਾ ਬਹੁਤ ਜ਼ਿਆਦਾ, ਜਿਵੇਂ ਆਪਣੇ ਪੰਜਾਬ ਦੀ ਇਹ ਬੋਲੀ ਹੈ ਕਿ ਮੱਝ ਕਿੱਲੇ 'ਤੇ ਬੱਝੀ ਹੋਵੇ ਅਤੇ ਜਿਵੇਂ ਉਹ ਖਾਣ ਨੂੰ ਜਿਹੜੀ ਹੈ ਜਿਵੇਂ ਤੜਫੇ ਜਾਂ ਪਾਣੀ ਪੀਣ ਵਾਸਤੇ ਇੱਧਰ ਉੱਧਰ ਕਿੱਲੇ ਦੇ ਜਦੋਂ ਉਹ ਜਿਹੜੀ ਹੈ ਤੁਰੀ ਫਿਰਦੀ ਹੈ, ਅਤੇ ਉਹਨੂੰ ਕਹਿੰਦੇ ਨੇ ਖੌਰੂ ਪਾਇਆ ਹੈ। ਭਾਵ ਇਹ ਲੋਕ ਜਿਹੜੇ ਸੀ ਕਵਿਰਾਜ ਜੀ ਦੇ ਕਥਾ ਦੇ ਲਿਖਣ ਵਿੱਚ ਇਹੋ ਜਿਹਾ ਖੌਰੂ ਪਾਉਂਦੇ, ਕਦੀ ਰਾਜੇ ਪਾਸ ਸ਼ਿਕਾਇਤ ਕੀਤੀ, ਕਦੇ ਕਿਸੇ ਕੋਲ ਚੁਗਲੀ ਕੀਤੀ, ਕਦੇ ਕਵਿਰਾਜ ਦਾ ਮਨ ਭੰਗ ਕੀਤਾ, ਕਦੇ ਜ਼ੋਰ ਪਾਇਆ ਕਿ ਆਹ ਚੀਜ਼ ਜਿਹੜੀ ਆ ਵਿੱਚ ਲਿਖੋ, ਆਹ ਪਾਓ, ਇਹ ਠੀਕ ਵੈ। ਇਸ ਤਰ੍ਹਾਂ ਕਵਿਰਾਜ ਜੀ ਨੂੰ ਪਰੇਸ਼ਾਨੀਆਂ ਦੇ ਸਾਹਮਣੇ ਕਰਨੇ ਪਵੇ। ਇਸ ਪ੍ਰਕਾਰ ਕਵਿਰਾਜ ਦੱਸਦੇ ਹਨ, ਦੂਖਤ ਕਰਨ ਗਾਂਧਲੀ ਕਾਂਖ ਹੈ। ਤੇ ਇਹ ਦੂਸ਼ਿਤ ਕਰਨੀ, ਭਾਵ ਜਿਵੇਂ ਇਹ ਜਿਹੜੇ ਜਾਨਵਰ ਵੈ ਗੰਗਾ ਨੂੰ ਕਹਿੰਦੇ ਦੂਸ਼ਿਤ ਕਰ ਦਿੰਦੇ ਆ ਨਾ, ਇਸ ਤਰ੍ਹਾਂ ਗੁਰੂ ਮਹਾਰਾਜ ਸਾਹਿਬ ਜੀ ਦੀ ਜਸ ਰੂਪੀ ਕਥਾ ਰੂਪੀ ਇਹ ਗੰਗਾ ਨੂੰ ਇਹ ਦੂਸ਼ਿਤ ਕਰਨਾ ਚਾਹੁੰਦੇ ਆ। ਪ੍ਰਤੱਖ ਹੁਣ ਕਵਿਰਾਜ ਜੀ ਆਪਣੀ ਕਲਮ ਨਾਲ ਦੱਸ ਰਹੇ ਆ, ਉਸ ਸਮੇਂ ਦੇ ਹਾਲਾਤਾਂ ਨੂੰ ਜ਼ਿਕਰ ਕਰ ਰਹੇ ਆ ਕਿ ਗਾਂਧਲੀ ਕਰਨਾ ਚਾਹੁੰਦੇ ਆ, ਜਿਹੜਾ ਮੈਲੀ ਕਰਨਾ ਚਾਹੁੰਦੇ ਆ, ਗੁਰੂ ਸਾਹਿਬ ਦੇ ਜਸ ਵਿੱਚ ਫਰਕ ਪਾਉਣਾ ਚਾਹੁੰਦੇ ਹਨ। ਸੋ ਝੱਖ ਮਾਰਤ ਰਹਿ ਕੁਪੱਤੇ। ਪਰ ਦੱਸਦੇ ਹਨ ਕਿ ਉਹ ਝਖਾਂ ਹੀ ਮਾਰਦੇ ਰਹਿ ਗਏ। ਕੁਪੱਤੇ ਝਗੜਾ ਕਰਨ ਵਾਲੇ ਸਦਾ ਝਖਾਂ ਹੀ ਮਾਰਦੇ ਰਹਿ ਗਏ। ਬਿਗ੍ਰਹਿ ਨਹਿ ਕਬਹੂ ਰਸ ਅਤੇ। ਤੇ ਗੁਰੂ ਸਾਹਿਬ ਜੀ ਦੀ ਕਥਾ ਰੂਪੀ ਗੰਗਾ ਜਿਹੜੀ ਆ ਉਹ ਕਦੇ ਵਿਗੜੇਗੀ ਨਹੀਂ। ਸੱਚੇ ਪਾਤਸ਼ਾਹ ਮਹਾਰਾਜ ਆਪ ਕਿਰਪਾ ਕਰਨਗੇ। ਮਹਿਕ ਕੋਲ ਖਰ ਸਵਾਨ ਮਿਲ ਚਹੈ। ਹੁਣ ਇੱਥੇ ਇੱਕ ਹੋਰ ਨਾਲ ਜਿਹੜਾ ਹੈ ਉਹਨਾਂ ਨੂੰ ਦਰਜਾ ਦਿੱਤਾ, ਜਿਹੜੇ ਗੁਰੂ ਮਹਾਰਾਜ ਦਾ ਜਸ ਸੁਣ ਕੇ ਦੁੱਖ ਮੰਨਦੇ ਆ ਨਾ, ਤੇ ਉਹਨਾਂ ਨੂੰ ਹੁਣ ਕੁੱਤਿਆਂ ਦਾ ਦਰਜਾ ਵੀ ਦੇਵੇ ਕਿ ਕੁੱਤੇ ਪਾੜ ਖਾਂਦੇ ਆ ਨਾ। ਇਵੇਂ ਜਿਹੜਾ ਗੁਰੂ ਸਾਹਿਬ ਦਾ ਜਿਹਨੂੰ ਜਸ ਨਹੀਂ ਚੰਗਾ ਲੱਗਦਾ, ਉਹ ਫਿਰ ਇੱਕ ਦੂਸਰੇ ਨੂੰ ਇਉਂ ਪਾੜ ਖਾਂਦੇ ਆ। ਬਹੁਤਾ ਜ਼ਿਆਦਾ ਉਹਨਾਂ ਦਾ ਸੁਭਾਅ ਜਿਹੜਾ ਹੈ ਐਸਾ ਹੁੰਦਾ ਹੈ ਕਿ ਝਗੜਿਆਂ ਦਾ ਹੀ ਉਹ ਕਾਰਨ ਬਣਦੇ ਆ। ਇੱਥੇ ਕਹਿੰਦੇ ਹਨ ਕਵਿਰਾਜ, ਫਿਰ ਪੜੋ, ਮਹਿਕ
ਕੋਲ ਖਰ ਸਵਾਨ ਮਿਲ। ਕਹਿੰਦੇ ਖਰ ਖੋਤੇ ਮਹਿਕ ਝੋਟੇ ਕੋਲ ਸੂਰ ਤੇ ਕੁੱਤਿਆਂ ਵਰਗੇ ਹਨ। ਚਾਹੇ ਮਲਨ ਕਰ ਗੰਗ। ਤੇ ਮਲੀਨ ਕਰਨਾ ਚਾਹੁੰਦੇ ਆ ਗੁਰੂ ਸਾਹਿਬ ਦੇ ਜਸ ਰੂਪੀ ਗੰਗਾ ਨੂੰ। ਤਿਮ ਬਾਦੀ ਗੁਰ ਕਥਾ ਕੋ। ਇਵੇਂ ਝਗੜਾਲੂ ਜਿਹੜੇ ਆ ਗੁਰੂ ਸਾਹਿਬ ਜੀ ਦੀ ਕਥਾ ਨੂੰ। ਚੱਲੈ ਨ ਬਸ ਕੁਛ ਸੰਗ। ਉਹ ਚਾਹੁੰਦੇ ਆ ਕਿ ਕਥਾ ਵਿੱਚ ਕੋਈ ਰਲ ਗੱਡ ਕਰ ਦਈਏ, ਪਰ ਉਹਨਾਂ ਦਾ ਵਸ ਨਹੀਂ ਕੁਝ ਚੱਲਦਾ। ਇਹ ਕਵੀਰਾਜ ਜੀ ਦੀ ਲਿਖਤ ਦੱਸ ਰਹੀ ਹੈ ਕਿ ਕਿਹੋ ਜਿਹੇ ਹਾਲਾਤ ਬਣੇ ਹੋਣਗੇ, ਕਿਸ ਤਰ੍ਹਾਂ ਦਾ ਵਿਰੋਧੀਆਂ ਵੱਲੋਂ ਜ਼ੋਰ ਪੈਂਦਾ ਹੋਵੇਗਾ। ਜਿਹੜੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਇਤਿਹਾਸ ਵਿੱਚ ਜਾਂ 10 ਪਾਤਸ਼ਾਹੀਆਂ ਦੇ ਇਤਿਹਾਸ ਵਿੱਚ ਆਪਣੀ ਮਰਜ਼ੀ ਵਰਤਣਾ ਚਾਹੁੰਦੇ ਸੀ। ਕਵੀਰਾਜ ਅਨੰਨ ਗੁਰਸਿੱਖ ਸਨ। ਸੱਚੇ ਪਾਤਸ਼ਾਹ ਜੀ ਮਹਾਰਾਜ ਵਿੱਚ ਅਟੱਲ ਵਿਸ਼ਵਾਸ ਤੇ 10 ਪਾਤਸ਼ਾਹੀਆਂ ਨੂੰ ਇੱਕ ਸਰੂਪ ਮੰਨਦੇ ਸੀ ਕਵੀਰਾਜ ਜੀ। ਉਹਨਾਂ ਦੀਆਂ ਲਿਖਤਾਂ ਤੋਂ ਸਾਨੂੰ ਪ੍ਰਾਪਤ ਹੁੰਦਾ ਹੈ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਕਿਰਪਾ ਸਦਕਾ ਆਪ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਉਪਾਸ਼ਕ ਕਵੀਰਾਜ ਕਹਿੰਦੇ ਝਖਾਂ ਹੀ ਮਾਰਦੇ ਰਹਿ ਗਏ। ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਕਥਾ ਜਿਹੜੀ ਆ ਪਾਵਨ ਪਵਿੱਤਰ ਹੈ, ਕਿਸੇ ਦਾ ਕੋਈ ਜ਼ੋਰ ਨਹੀਂ ਚੱਲਿਆ। ਪਰ ਗੁਣ ਨਹੀਂ ਸਰਾਹਿਤੇ। ਕਹਿੰਦੇ ਪਰਾਇਆ ਦਾ ਹੁਣ ਉਹਨਾਂ ਦਾ ਸੁਭਾਅ ਵੀ ਦੱਸਦੇ। ਕਹਿੰਦੇ ਪਰਾਏ ਵਿੱਚ ਗੁਣ ਹੋਵੇ ਨਾ ਤੇ ਉਹਨਾਂ ਨੂੰ ਪਰਾਏ ਦੇ ਗੁਣ ਕਰਨ ਵਾਸਤੇ, ਗੁਣ ਦੀ ਸਲਵਤਾ ਕਰਨ ਵਾਸਤੇ ਬੜਾ ਦੁੱਖ ਹੁੰਦਾ ਹੈ। ਕਿਸੇ ਦਾ ਗੁਣ ਵੇਖ ਲੈਣ ਨਾ ਤੇ ਬਹੁਤ ਜ਼ਿਆਦਾ ਉਹਨਾਂ ਦਾ ਮਨ ਸੜਦਾ ਹੈ। ਪ੍ਰਤਾਪ ਵੇਖ ਕੇ ਕਿਸੇ ਦਾ ਸਤਿਕਾਰ ਹੁੰਦਾ ਵੇਖ ਕਰਕੇ ਉਹਨਾਂ ਕੋਲੋਂ ਸਹਾਰਿਆ ਹੀ ਨਹੀਂ ਜਾਂਦਾ, ਬਾਹਲਾ ਹੀ ਦੁੱਖ ਮੰਨਦੇ ਆ। ਤੇ ਜੇ ਆਪਣਾ ਕੋਈ ਉਹਨਾਂ ਨੇ ਗੁਣ ਦੱਸਣਾ ਹੋਵੇ ਤੇ ਆਪਣੇ ਮੂੰਹਾਂ ਆਪ ਹੀ ਮੀਆਂ ਮਿੱਠੂ ਬਣਦੇ। ਆਪਣੀ ਬਾਹਲੀ ਸਿਫਤ ਬਾਹਲਾ ਹੀ ਜ਼ਿਆਦਾ, ਫਿਰ ਉਹਨਾਂ ਨੂੰ ਜੇ ਕੋਈ ਹੋਰ ਕਰਦੇ ਤਾਂ ਉਹਦਾ ਬਾਹਲਾ ਹੀ ਚੰਗਾ ਲੱਗਦਾ ਉਹਨਾਂ ਨੂੰ। ਤੇ ਕਿਸੇ ਦਾ ਕੋਈ ਗੁਣ ਹੋਵੇ, ਕਿਸੇ ਵਿੱਚ ਕੋਈ ਲਿਆਕਤ ਹੋਵੇ, ਉਹਨਾਂ ਨੂੰ ਜਿਹੜੀ ਉਹ ਸਹਾਰੀ ਨਹੀਂ ਜਾਂਦੀ। ਉਹਨੂੰ ਆਪ ਨਹੀਂ ਆਪਣੇ ਮੁਖ ਤੋਂ ਉਹਦੀ ਸਿਫਤ ਕਰ ਸਕਦੇ। ਆਪਣੇ ਮਹਿ ਗੁਣ ਨਾਹੇ। ਆਪਣੇ ਵਿੱਚ ਤਾਂ ਕੋਈ ਗੁਣ ਹੈ ਹੀ ਨਹੀਂ। ਇਹੋ ਜਿਹੀ ਹਾਲਤ ਹੁੰਦੀ ਹੈ ਉਸ ਪੁਰਖ ਦੀ। ਕਵੀਰਾਜ ਕਹਿੰਦੇ ਆਪਣੇ ਵਿੱਚ ਗੁਣ ਨਹੀਂ, ਦੂਸਰੇ ਵਿੱਚ ਗੁਣ ਵੇਖ ਕਰਕੇ ਉਹਦੀ ਸਲਵਤਾ ਨਹੀਂ ਕਰ ਸਕਦੇ। ਇਹਾਂ ਤਪੇ ਚਿਤ ਦੁਖ ਲਹੈ। ਉਹਨਾਂ ਦੀ ਹਾਲਤ ਕੀ ਹੁੰਦੀ? ਕਹਿੰਦੇ ਇੱਥੇ ਤਪਦੇ ਰਹੇ ਚਿੱਤ ਉਹਨਾਂ ਦੇ, ਜ਼ੋਰ ਲਾਉਂਦੇ ਰਹੇ ਸਾਨੂੰ ਕਥਾ ਦੇ ਵਿੱਚ ਜਿਹੜਾ ਵਿਘਨ ਪਾ ਕਰਕੇ। ਮਰੇ ਨਰਕ ਮਹਿ ਪਾਹੇ। ਐਸਾ ਗੁਰੂ ਨਿੰਦਕ ਜਦੋਂ ਮਰਦਾ ਫਿਰ ਮਰ ਕੇ ਨਰਕਾਂ 'ਚ ਹੀ ਪੈਂਦਾ। ਕਵੀਰਾਜ ਕਹਿੰਦੇ ਭਾਈ ਜਿਹੜਾ ਗੁਰੂ ਨਿੰਦਕ ਆ ਉਹਦੀ ਇਹੀ ਹਾਲਤ ਹੁੰਦੀ ਹੈ। ਇਹ ਸਮੇਂ ਦੇ ਹਾਲਾਤ ਕਵੀਰਾਜ ਜੀ ਨੇ ਲਿਖੇ ਹੈ ਕਿ ਉਸ ਸਮੇਂ ਕਿਹੋ ਜਿਹਾ ਜਿਹੜਾ ਸੀ ਉਹ ਸਮਾਂ ਆਣ ਬਣਿਆ। ਤੇ ਜਦੋਂ ਫਿਰ ਹੌਲੀ ਹੌਲੀ ਇਸ ਗ੍ਰੰਥ ਦੀ ਸੰਪੂਰਨਤਾ ਦੇ ਨੇੜੇ ਜਾਂਦਾ ਹੈ ਇਹ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ, ਜ਼ਿਕਰ ਆਉਂਦਾ ਕਿ ਮਹਾਰਾਜਾ ਉਦੇ ਸਿੰਘ ਸਾਹਿਬ ਨੂੰ ਜਿਹੜਾ ਸੀ ਉਹ ਅਧਰੰਗ ਹੋ ਗਿਆ ਸੀਗਾ। ਤੇ ਮਹਾਰਾਜਾ ਉਦੇ ਸਿੰਘ ਬਹੁਤ ਸਮਾਂ ਜਿਹੜਾ ਸੀ ਉਹ ਮੰਜੇ ਦੇ ਉੱਤੇ ਹੀ ਪਏ ਰਹੇ ਹੈ। ਫਿਰ ਇਤਿਆਦਿਕ ਹੋਰ ਕੋਈ ਬਿਮਾਰੀ ਆ ਕਰਕੇ ਚਿੰਬੜੀ, ਜਿਹਦੇ ਨਾਲ ਮਹਾਰਾਜਾ ਉਦੇ ਸਿੰਘ ਦਾ ਦੇਹਾਂਤ ਹੁੰਦਾ ਹੈ। ਤੇ ਫਿਰ ਜਿਵੇਂ ਫਿਰ ਮਹਾਰਾਜਾ ਉਦੇ ਸਿੰਘ ਜੀ ਚੜ੍ਹਾਈ ਕਰਦੇ ਹੈ, ਅੰਗਰੇਜ਼ ਜਿਹੜੇ ਐ ਇਸ ਰਿਆਸਤ ਨੂੰ ਆਪਣੇ ਕਬਜ਼ੇ ਥੱਲੇ ਕਰਦੇ ਹੈ। ਕੈਂਥਲ ਦੇ ਅੰਦਰ ਲੁੱਟ ਪੈਂਦੀ ਹੈ, ਬਹੁਤ ਜ਼ਿਆਦਾ ਥਾਈਂ ਥਾਈਂ ਨੁਕਸਾਨ ਹੁੰਦਾ ਹੈ। ਕਵੀਰਾਜ ਜੀ ਨੇ ਉਸ ਦਾ ਵੀ ਜ਼ਿਕਰ ਕੀਤਾ ਹੈ। ਤੇ ਜਦੋਂ ਗ੍ਰੰਥ ਦੇ ਸੰਪੂਰਨ ਕਰਨ ਦੀ ਜਿਹੜੀ ਕਵੀਰਾਜ ਜੀ ਦੀ ਲਾਲਸਾ ਹੈ, ਉਸ ਸਮੇਂ ਗੁਰੂ ਸਾਹਿਬ ਨੂੰ ਬਹੁਤ ਪਿਆਰ ਨਾਲ ਆਰਾਧਦੇ ਆ। ਸੱਚੇ ਪਾਤਸ਼ਾਹ ਨੂੰ ਚੇਤੇ ਕਰਦੇ ਆ ਬਾਰ-ਬਾਰ ਆਪਣੀ ਕਵਿਤਾ ਦੇ ਅੰਦਰ ਕਿ ਮਹਾਰਾਜ ਮੇਰੇ ਸਵਾਸ ਪੂਰੇ ਹੋਣ ਤੋਂ ਪਹਿਲਾਂ ਪਹਿਲਾਂ ਮਹਾਰਾਜ ਇਹ ਗ੍ਰੰਥ ਸੰਪੂਰਨ ਹੋ ਜਾਵੇ। ਕਿਉਂਕਿ ਪਿਛਲੀ ਉਮਰੇ ਕਵੀਰਾਜ ਦਾ ਸਰੀਰ ਬਹੁਤ ਕ੍ਰਿਸ ਹੋ ਗਿਆ ਸੀਗਾ, ਬਹੁਤ ਜਿੱਥੇ ਕਮਜ਼ੋਰ ਸਨ। ਤੇ ਆਪਣੇ ਕਾਰਜ ਦੀ ਪੂਰਤੀ ਵਾਸਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਅੱਗੇ ਅਰਦਾਸ ਕਰਦੇ ਹੈ। ਇਹੋ ਜੀਆਂ ਪੰਕਤੀਆਂ, ਗੋਬਿੰਦ ਸਿੰਘ ਗੁਰੂ ਗਤ ਦਾਇਕ ਆਨ ਕੀ ਆਸ ਨਹੀਂ ਮਨ ਰਾਈ। ਹੇ ਮੁਕਤੀ ਦਾਤਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਹੁਣ ਤਾਂ ਹੋਰ ਕੋਈ ਆਸ ਨਹੀਂ ਸੱਚੇ ਪਾਤਸ਼ਾਹ, ਇੱਕ ਤੁਹਾਡੀ ਆਸ ਹੈ। ਮਹਾਰਾਜ ਕਿਰਪਾ ਕਰਕੇ ਇਸ ਗ੍ਰੰਥ ਦੀ ਸੰਪੂਰਨਤਾ ਕਰਾਓ। ਇਹੋ ਜੀਆਂ ਬਾਰ-ਬਾਰ ਕਵੀਰਾਜ ਜੀ ਨੇ ਫਿਰ ਬੇਨਤੀਆਂ ਕਰਨੀਆਂ। ਉਹ ਗੁਰੂ ਅਰਾਧਨਾ ਆਪਦੇ ਮਨ ਦੇ ਅੰਦਰ ਕੈਸੀ ਪ੍ਰਪੱਕ ਹੈ ਜ਼ਿਕਰ ਕਰਦੇ ਹਨ। ਕਬ ਕਰ ਬੰਦ ਗੁਰੂ ਪਦ ਬੰਦੇ। ਕਵੀਰਾਜ ਕਹਿੰਦੇ ਅਸੀਂ ਦੋਵੇਂ ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਨੂੰ
ਜਿਹੜਾ ਅਸੀਂ ਬੰਦਨਾ ਕਰਦੇ ਹਾਂ, ਨਮਸਕਾਰ ਕਰਦੇ ਹਾਂ। ਸਿੱਖੀ ਜਾਂਚਹਿ ਆਨੰਦ ਕੰਦੇ। ਆਨੰਦ ਦੇ ਮੁੱਢ ਸਤਿਗੁਰਾਂ ਜੀ ਦੇ ਕੋਲੋਂ ਅਸੀਂ ਸਿੱਖੀ ਮੰਗਦੇ ਹਾਂ। ਮਹਾਰਾਜ ਸਾਨੂੰ ਆਪਣੀ ਕਿਰਪਾ ਕਰੋ, ਸਿੱਖੀ ਬਖਸ਼ੋ। ਏਕ ਆਸ ਨਾਸੀ ਅਬ ਔਰੀ। ਮਹਾਰਾਜ ਇੱਕੋ ਆਸ ਤੁਹਾਡੀ ਹੈ, ਹੋਰ ਸਭ ਆਸਾਂ ਹੁਣ ਨਾਸ਼ ਹੋ ਗਈਆਂ। ਕਿ ਰਾਜਾ ਉਦੈ ਸਿੰਘ ਸਾਡੀ ਬੈਠਾ ਸਹਾਇਤਾ ਕਰਦਾ ਸੀ, ਉਹ ਕਰੇਗਾ ਨਾ। ਰਾਜਾ ਉਦੈ ਸਿੰਘ ਤਾਂ ਚੜ੍ਹਾਈ ਕਰ ਗਿਆ, ਕਿਉਂਕਿ ਰਾਜਾ ਉਦੈ ਸਿੰਘ ਨੇ ਇਹ ਐਲਾਨ ਕੀਤਾ ਸੀ ਕਿ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਰਚਿਆ ਜਾ ਰਿਹਾ ਹੈ। ਜਿਹਦੇ ਕੋਲ ਜੋ ਵੀ ਗੁਰੂ ਸਾਹਿਬ ਦਾ ਇਤਿਹਾਸ ਹੈ, ਜਿੱਥੇ ਜੋ ਲਿਖਿਆ ਹੋਵੇਗਾ ਉਹ ਸਾਡੇ ਰਾਜ ਵਿੱਚ ਲੈ ਕਰਕੇ ਆਵੇ। ਅਤੇ ਇਉਂ ਬਹੁਤ ਸਾਰੇ ਜਿਹੜੇ ਸੀ ਨਾ, ਉਹ ਲਿਖਤੀ ਜਨਮ ਸਾਖੀਆਂ ਦੇ ਨੁਸਖੇ ਜਿਹੜੇ ਸੀ ਉਸ ਸਮੇਂ ਉੱਥੇ ਆਏ, ਪੋਥੀਆਂ ਸਾਹਿਬ ਆਈਆਂ। ਅਤੇ ਜਿਹੜੇ ਕੋਈ ਦੇ ਜਾਂਦੇ ਉਹਨਾਂ ਨੂੰ ਮਹਾਰਾਜਾ ਉਦੈ ਸਿੰਘ ਬਹੁਤ ਦੁਸ਼ਾਲੇ ਸੁੰਦਰ ਭੇਟ ਕਰਦੇ। ਜਿਹੜੇ ਕੋਈ ਨਾ ਦਿੰਦੇ ਆਪਣੀ ਧਰੋਹਰ ਜਾਣ ਕਰਕੇ ਉਹਨਾਂ ਦੇ ਉਤਾਰੇ ਕਰ ਲਏ ਜਾਂਦੇ। ਇਸ ਪ੍ਰਕਾਰ ਕਵੀਰਾਜ ਜੀ ਨੂੰ ਇਹ ਜਿਹੜੀ ਰਾਜਾ ਉਦੈ ਸਿੰਘ ਵੱਲੋਂ ਮਦਦ ਮਿਲਣੀ ਨਾ, ਜਦੋਂ ਰਾਜਾ ਉਦੈ ਸਿੰਘ ਵੀ ਚੜ੍ਹਾਈ ਕਰ ਗਿਆ, ਉਦੋਂ ਇਹ ਬੇਨਤੀਆਂ ਦੇ ਸ਼ਬਦ ਕਹੇ, ਮਹਾਰਾਜ ਹੁਣ ਕੋਈ ਓਟ ਨਹੀਂ ਰਹਿ ਗਈ। ਇੱਕ ਸੱਚੇ ਪਾਤਸ਼ਾਹ ਆਪ ਜੀ ਦੀ ਓਟ ਹੈ, ਸਭ ਆਸਾਂ ਚੁੱਕ ਗਈਆਂ ਹਨ। ਦਰਸ਼ਨ ਦੇਹੋ ਲਾਲਸਾ ਮੋਰੀ। ਤੇ ਇਹ ਆਪਣੇ ਗ੍ਰੰਥ ਦੇ ਸੰਪੂਰਨ ਕਰਨ ਵਿੱਚ ਜ਼ਿੰਦਗੀ ਦੇ ਆਖਰੀ ਦਿਨ ਨੇ ਕਵੀਰਾਜ ਜੀ ਦੇ। ਕਹਿੰਦੇ ਮਹਾਰਾਜ ਮੇਰੇ ਅੰਦਰ ਤਾਂ ਹੁਣ ਪੂਰੀ ਬਹੁਤੀ ਲਾਲਸਾ ਹੈ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਪਣਾ ਦਰਸ਼ਨ ਬਖਸ਼ ਦਿਓ। ਮਹਾਰਾਜ ਆਪਣਾ ਪਵਿੱਤਰ ਦਰਸ਼ਨ ਵਿਖਾ ਕੇ ਮਹਾਰਾਜ ਨਿਹਾਲ ਕਰ ਦਿਓ। ਜੀਵਤ ਜਗ ਮਹਿ ਸੁਖ ਦਏ। ਹੁਣ ਕਵੀਰਾਜ ਕਹਿੰਦੇ ਆ ਮਹਾਰਾਜ ਜਿਉਂਦਿਆਂ ਜਗਤ ਵਿੱਚ ਆਪ ਨੇ ਬਹੁਤ ਭਾਰੀ ਸੁੱਖ ਦਿੱਤੇ ਆ। ਬਾਂਛਤ ਪ੍ਰਾਪਤ ਕੀਨ। ਜੋ ਮਨ ਵਿੱਚ ਚਾਹੁੰਦੇ ਸਾਂ ਉਹ ਸਭ ਕੁਝ ਹੀ ਪ੍ਰਾਪਤ ਕਰ ਲਿਆ। ਮਹਾਰਾਜ ਜੋ ਮਨ ਨੇ ਚਿਤਵਿਆ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪ ਨੇ ਬਖਸ਼ਿਸ਼ ਕਰ ਦਿੱਤਾ। ਹਿਰਦੈ ਭਰੋਸ ਪ੍ਰਲੋਕ ਕੋ। ਮਹਾਰਾਜ ਹਿਰਦੇ ਵਿੱਚ ਭਰੋਸਾ ਹੈ ਆਪ ਜੀ ਦਾ ਹੁਣ ਪ੍ਰਲੋਕ ਵਿੱਚ, ਕਿ ਆਪ ਜੀ ਪ੍ਰਲੋਕ ਵਿੱਚ ਰੱਖਿਆ ਕਰੋਗੇ, ਕਿਉਂਕਿ ਉੱਥੇ ਹੋਰ ਕੋਈ ਬਾਂਹ ਨਹੀਂ ਫੜਦਾ। ਹੋਏ ਸਹਾਇ ਪ੍ਰਬੀਨ। ਇਹ ਅੰਤਰਜਾਮੀ ਸਤਿਗੁਰੂ ਆਪ ਪ੍ਰਲੋਕ ਵਿੱਚ ਸਾਡੇ ਮਹਾਰਾਜ ਗਰੀਬ ਨਵਾਜ ਮੇਰੇ ਸਹਾਈ ਹੋਵੋ। ਸਭ ਇੱਛਾ ਪੂਰਨ ਕਰੀ। ਸਾਰੀਆਂ ਇੱਛਾ ਮਹਾਰਾਜ ਆਪ ਨੇ ਪੂਰੀਆਂ ਕਰ ਦਿੱਤੀਆਂ ਆਪਣੇ ਗਰੀਬ ਸਿੱਖ ਦੀਆਂ। ਹਲਤ ਬਿਖੈ ਸੁਖ ਦੀਨ। ਇਸ ਲੋਕ ਵਿੱਚ ਮਹਾਰਾਜ ਆਪ ਨੇ ਭਾਰੀ ਸੁੱਖ ਦਿੱਤੇ ਆ, ਕਿਉਂਕਿ ਕਵੀਰਾਜ ਕੋਲ ਬਹੁਤ ਭਾਰੀ ਐਸ਼ਵਰਜ ਰਿਹਾ ਜਦੋਂ ਆਪ ਨੇ ਕੈਂਥਲ ਦੇ ਵਿੱਚ ਆ ਕਰਕੇ ਨੌਕਰੀ ਕੀਤੀ ਹੈ। ਜ਼ਿੰਦਗੀ ਦੇ ਉਤਰਾਅ ਚੜ੍ਹਾਅ ਆਏ ਉਹ ਵੀ ਸਾਰੇ ਆਪ ਨੇ ਦੱਸੇ ਹੈ, ਕਿਉਂਕਿ ਜਿਹੜੇ ਗੁਣੀ ਪੁਰਖ ਹੁੰਦੇ ਆ ਨਾ, ਉਹਨਾਂ ਨੂੰ ਕੋਈ ਨਾ ਸਤਿਕਾਰ ਦੇਵੇ ਤੇ ਤਾਂ ਵੀ ਉਹ ਪਰਵਾਹ ਨਹੀਂ ਕਰਦੇ। ਜੇ ਕੋਈ ਗੁਣਵਾਨ ਉਹਨਾਂ ਦੀ ਕਦਰ ਕਰਦਾ ਹੈ ਤਾਂ ਫਿਰ ਉਹਨਾਂ ਦੇ ਗੁਣ ਦਾ ਇਹੋ ਜਿਹਾ ਪ੍ਰਗਟਾਵਾ ਸੰਸਾਰ ਦੇ ਅੰਦਰ ਹੁੰਦਾ ਹੈ ਕਿ ਬਹੁਤ ਸਾਰੇ ਲੋਕ ਫਿਰ ਲਾਹਾ ਲੈ ਲੈਂਦੇ ਆ। ਬੜਾ ਭਾਰੀ ਜਗਤ ਨੂੰ ਜਿਹੜਾ ਹੈ ਉਹ ਲਾਭ ਪ੍ਰਾਪਤ ਹੁੰਦਾ ਹੈ। ਇਸ ਪ੍ਰਕਾਰ ਜ਼ਿਕਰ ਕਰਦੇ ਹਨ। ਹਿਰਦੈ ਭਰੋਸਾ ਪਲਤ ਮਹਿ। ਕਹਿੰਦੇ ਮਹਾਰਾਜ ਹਿਰਦੇ ਵਿੱਚ ਭਰੋਸਾ ਤਾਂ ਹੋਰ ਕੋਈ ਨਹੀਂ ਪਰਲੋਕ ਵਿੱਚ ਤੁਹਾਡੇ ਤੋਂ ਬਿਨਾਂ। ਮਹਾਰਾਜ ਪਰਲੋਕ ਵਿੱਚ ਤਾਂ ਤੁਸੀਂ ਹੀ ਰੱਖਿਆ ਕਰੋਗੇ, ਹੋਰ ਕੋਈ ਭਰੋਸਾ ਨਹੀਂ ਹੈ। ਕਰਹਿ ਕਸ਼ਟ ਸਭ ਸ਼ੀਨ। ਸਾਰੇ ਮਹਾਰਾਜ ਤੁਸੀਂ ਸਾਡੇ ਕਸ਼ਟ ਜਿਹੜੇ ਦੁੱਖ ਸੀ ਸ਼ੀਨ ਕਰ ਦਿੱਤੇ, ਨਾਸ਼ ਕਰ ਦਿੱਤੇ। ਜਿਨਹੁ ਗੁਰਨ ਲੱਖੋ ਨਿਸਤਾਰੇ। ਜਿਨ੍ਹਾਂ ਸਤਿਗੁਰਾਂ ਜੀ ਨੇ ਲੱਖਾਂ ਨੂੰ ਗਿਣੇ ਹੀ ਨਹੀਂ ਜਾ ਸਕਦੇ, ਜਿਨ੍ਹਾਂ ਨੂੰ ਇਸ ਸੰਸਾਰ ਤੋਂ ਤਾਰਿਆ। ਜੁਗ ਲੋਕਨ ਸੁਖ ਦਇਓ ਉਦਾਰੇ। ਦੋਹਾਂ ਲੋਕਾਂ ਦਾ ਭਾਰੀ ਸੁੱਖ ਮਹਾਰਾਜ ਆਪ ਨੇ ਬਖਸ਼ਿਸ਼ ਕੀਤਾ ਆਪਣੇ ਸਿੱਖਾਂ ਨੂੰ। ਮਹਿਮਾ ਮਹਾ ਮਹਾਨ। ਇਸ ਧਰਤੀ ਦੇ ਉੱਤੇ ਮਹਾਰਾਜ ਵੱਡੀ ਤੋਂ ਵੱਡੀ ਮਹਿਮਾ ਸੱਚੇ ਪਾਤਸ਼ਾਹ ਆਪ ਜੀ ਦੀ। ਛਪੀ ਨਹੀਂ ਸਭ ਲਖੇ ਜਹਾਨ। ਇਹ ਕੋਈ ਲੁਕੀ ਹੋਈ ਨਹੀਂ, ਸਾਰਾ ਜਹਾਨ ਸਾਰਾ ਸੰਸਾਰ ਹੀ ਜਾਣਦਾ ਹੈ। ਇਹ ਕਵੀਰਾਜ ਨੇ ਆਪਣੇ ਅੰਤਲੇ ਸਮੇਂ ਵਿੱਚ ਨਾ ਗ੍ਰੰਥ ਦੀ ਸੰਪੂਰਨਤਾ ਕਰਕੇ ਤੇ ਇਹ ਮਹਾਰਾਜ ਦੇ ਅੱਗੇ ਬੇਨਤੀਆਂ ਕੀਤੀਆਂ, ਬਹੁਤ ਜ਼ਿਆਦੀਆਂ ਜੋਦੜੀਆਂ ਕੀਤੀਆਂ ਤੇ ਫਿਰ ਗ੍ਰੰਥ ਦੀ ਸੰਪੂਰਨਤਾ ਹੋਣੀ। ਗ੍ਰੰਥ ਸੰਪੂਰਨ ਕਰਕੇ ਫਿਰ ਕਵੀਰਾਜ ਨੇ ਆਖਰੀ ਯਾਤਰਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਕੀਤੀ ਹੈ। ਕਵੀਰਾਜ ਜੀ ਦਾ ਅਸਥਾਨ ਗਿਆਨੀ ਭਾਈ ਸਾਹਿਬ ਸਿੰਘ ਜੀ ਨੇ ਦੱਸਿਆ ਹੈ ਕਿ ਉੱਥੇ ਕਵੀਰਾਜ ਦਾ ਅਸਥਾਨ ਹੈ। ਫਿਰ ਉਹਨਾਂ ਨੇ ਜਾ ਕਰਕੇ ਵੀ ਚੰਗੀ ਤਰ੍ਹਾਂ ਕੋਖ ਕੀਤੀ ਤੇ ਉਹ ਅਸਥਾਨ ਜਿਹੜਾ ਉਹ ਸੇਵਾ ਦੇਖਣੋਂ ਅੱਜ ਵੀ ਜਿਹੜਾ ਹੈ ਉਹ ਵਾਂਝਾ ਪਿਆ ਹੈ। ਉੱਥੇ ਬੜੀ ਸੇਵਾ ਦੀ ਲੋੜ ਹੈ, ਖੰਡਰਾਟ ਬਣ ਚੁੱਕੇ ਹੈ। ਕਵੀਰਾਜ ਜੀ ਦਾ
ਉਹ ਅਸਥਾਨ ਜਿੱਥੇ ਕਵੀਰਾਜ ਜਾ ਕਰਕੇ ਠਹਿਰਿਆ ਕਰਦੇ ਸਨ। ਆਪ ਨੇ ਜਦੋਂ ਅੰਮ੍ਰਿਤਸਰ ਸਾਹਿਬ ਆਉਣਾ ਕੀਤਾ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਿੰਘ ਸਾਹਿਬ ਜੀ ਨੇ ਆਪ ਜੀ ਦਾ ਬਹੁਤ ਭਾਰੀ ਮਾਣ ਸਤਿਕਾਰ ਕੀਤਾ। ਉਸ ਸਮੇਂ ਇਹ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਜੋ ਹੈ ਇਹ ਗਿਆਨੀ ਗੁਰਮੁਖ ਸਿੰਘ ਜੀ ਨੂੰ, ਜੋ ਕਵੀਰਾਜ ਜੀ ਦੇ ਗੁਰ ਭਾਈ ਵੀ ਹਨ, ਗਿਆਨੀ ਗੁਰਮੁਖ ਸਿੰਘ ਜੀ ਗਿਆਨੀ ਸੰਤ ਸਿੰਘ ਜੀ ਦੇ ਪੁੱਤਰ ਹੋਏ ਹੈ ਅਤੇ ਉਹਨਾਂ ਦੇ ਸਪੁਰਦ ਆਪ ਨੇ ਕੀਤਾ ਹੈ। ਨਾਲੇ ਕਵੀਰਾਜ ਜੀ ਨੇ ਪੂਰਾ ਇਸ ਦੇ ਅੰਦਰ ਪੰਥ ਨੂੰ ਅਧਿਕਾਰ ਦਿੱਤੇ ਹੈ ਕਿ ਜੇ ਕੋਈ ਸਾਡੇ ਕੋਲੋਂ ਭੁੱਲ ਹੋ ਗਈ, ਚੁੱਕ ਹੋ ਗਈ, ਤਾਂ ਪੰਥ ਜਿੱਥੇ ਗੁਣੀ ਜਨ ਚਾਹੁਣ ਆਪਣੀ ਮਰਜ਼ੀ ਨਾਲ ਇਸ ਨੂੰ ਠੀਕ ਕਰ ਲੈਣ। ਇਹ ਕਵੀਰਾਜ ਜੀ ਨੇ ਜ਼ਿਕਰ ਕੀਤਾ ਹੈ। ਕਿਹਾ ਕਿ ਗੁਰੂ ਸਾਹਿਬ ਦਾ ਸੰਪੂਰਨ ਜਸ ਤਾਂ ਕੋਈ ਕਹਿ ਨਹੀਂ ਸਕਦਾ। ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਜਸ ਤਾਂ ਵੱਡੇ ਤੋਂ ਵੱਡਾ ਹੈ ਅਤੇ ਮਨੁੱਖ ਦੀ ਮੱਤ ਅਧੂਰੀ ਹੈ, ਸਤਿਗੁਰੂ ਜੀ ਪੂਰੇ ਹਨ। ਇਸ ਤਰ੍ਹਾਂ ਇਹ ਨਿਮਰਤਾ ਦੇ ਕਵੀਰਾਜ ਜੀ ਨੇ ਵਾਕ ਕਹੇ ਹੈ। ਬੜਾ ਵੱਡਾ ਵਡਮੁੱਲਾ ਖਜ਼ਾਨਾ ਕਵੀਰਾਜ ਜੀ ਨੇ ਪੰਥ ਨੂੰ ਦਿੱਤਾ ਹੈ। ਅਤੇ ਇਸ ਜਿਸ ਸਮੇਂ ਜ਼ਿਕਰ ਆਉਂਦਾ ਹੈ ਕਿ ਕਵੀਰਾਜ ਜੀ ਨੇ ਜਦੋਂ ਇਹ ਗ੍ਰੰਥ ਭੇਟ ਕੀਤਾ ਹੈ, ਉਸ ਸਮੇਂ ਮਹਾਰਾਜਾ ਸ਼ੇਰ ਸਿੰਘ ਦਾ ਜਿਹੜਾ ਹੈ ਉਹ ਸੰਧਾ ਵਾਲੀਆਂ ਵੱਲੋਂ ਕਤਲ ਹੋਣਾ, ਇਸ ਪ੍ਰਕਾਰ ਫਿਰ ਧਿਆਨ ਸਿੰਘ ਡੋਗਰੇ ਦਾ ਮਾਰਿਆ ਜਾਣਾ, ਹੀਰਾ ਸਿੰਘ ਡੋਗਰੇ ਨੇ ਇਹ ਲੰਮੀ ਵਿਥਿਆ ਸਾਰੀ। ਫਿਰ ਜਦੋਂ ਰਾਜ ਸੰਭਾਲਣਾ ਅਤੇ ਗੁੱਸੇ ਵਿੱਚ ਆ ਕਰਕੇ ਫਿਰ ਜਿਹੜਾ ਸੀ ਗਿਆਨੀ ਗੁਰਮੁਖ ਸਿੰਘ ਜੀ ਨੂੰ ਉਹ ਕਾਰਨ ਸਮਝਦਾ ਸੀ ਕਿ ਆਪਣੇ ਪਿਤਾ ਧਿਆਨ ਸਿੰਘ ਡੋਗਰੇ ਨੂੰ ਜਿਹੜਾ ਹੈ ਉਹ ਗਿਆਨੀ ਗੁਰਮੁਖ ਸਿੰਘ ਜੀ ਨੇ ਹੀ ਸੰਧਾ ਵਾਲੀਆਂ ਨੂੰ ਪ੍ਰੇਰਿਆ ਸੀਗਾ ਕਿ ਆਪਣੇ ਭਰਾ ਨੂੰ ਮਾਰਨ ਲੱਗਿਆਂ ਸੰਧਾ ਵਾਲੀਓ ਤੁਹਾਡੇ ਹੱਥ ਨਹੀਂ ਕੰਬੇ, ਹੁਣ ਦੁਸ਼ਟ ਨੂੰ ਸੋਧਣ ਲੱਗਿਆਂ ਜਿਹਨੇ ਸਭ ਖਾਲਸਾ ਰਾਜ ਦੀਆਂ ਨੀਹਾਂ ਖੋਖਲੀਆਂ ਕਰ ਦਿੱਤੀਆਂ। ਇਹ ਧਿਆਨ ਸਿੰਘ ਡੋਗਰੇ ਨੂੰ ਮਰਵਾਇਆ ਵੀ ਫਿਰ ਗਿਆਨੀ ਗੁਰਮੁਖ ਸਿੰਘ ਜੀ ਨੇ ਸੀਗਾ। ਅਤੇ ਇਹ ਫਿਰ ਹੀਰਾ ਸਿੰਘ ਦਾ ਕੋਪ ਜਿਹੜਾ ਸੀ ਗਿਆਨੀ ਗੁਰਮੁਖ ਸਿੰਘ ਜੀ ਨੂੰ ਝੱਲਣਾ ਪਿਆ। ਗਿਆਨੀ ਗੁਰਮੁਖ ਸਿੰਘ ਜੀ ਨੂੰ ਜਿਹੜਾ ਸੀ ਸ਼ਹੀਦ ਕਰ ਦਿੱਤਾ ਗਿਆ ਪਕੜ ਕਰਕੇ। ਆਪ ਜੀ ਦਾ ਪਰਿਵਾਰ ਜਿਹੜਾ ਸੀ ਇਉਂ ਲੁਧਿਆਣੇ ਵੱਲ ਨੂੰ ਇੱਥੋਂ ਚਲਿਆ ਗਿਆ। ਉਸ ਸਮੇਂ ਜਿਹੜਾ ਗਿਆਨੀ ਸੰਤ ਸਿੰਘ ਜੀ ਦਾ ਪੁਸਤਕਾਲਿਆ ਸੀਗਾ ਉਹ ਸਾਰਾ ਹੀ ਜਿਹੜਾ ਸੀਗਾ ਉਹ ਹੀਰਾ ਸਿੰਘ ਡੋਗਰੇ ਨੇ ਲਾਹੌਰ ਮੰਗਵਾਇਆ, ਉਹ ਵੀਰਾਨ ਕਰ ਦਿੱਤਾ। ਉਸ ਦਾ ਕੀ ਕੀਤਾ ਉਸ ਦੇ ਕੋਈ ਤੱਥ ਨਹੀਂ ਮਿਲੇ। ਉਸ ਵਿੱਚ ਹੀ ਕਵੀਰਾਜ ਜੀ ਦਾ ਸ੍ਰੀ ਅਕਾਲ ਤਖਤ ਸਾਹਿਬ 'ਤੇ ਭੇਟ ਕੀਤਾ ਹੋਇਆ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ, ਹੋਰ ਬਹੁਤ ਸਾਰੇ ਹਵਾਲੇ ਆਉਂਦੇ ਹੈ। ਜਿਵੇਂ ਇਸ ਪ੍ਰਕਾਰ ਕਵੀਰਾਜ ਫਿਰ ਜ਼ਿਕਰ ਕਰਦੇ ਹੈ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਮਨਾਉਂਦੇ ਹੋਏ। ਕਵੀਰਾਜ ਜੀ ਨੇ ਜਦੋਂ ਇਹ ਗ੍ਰੰਥ ਭੇਟ ਕੀਤਾ, ਵਾਪਸ ਆਪ ਜੀ ਜਦੋਂ ਫਿਰ ਕੈਂਥਲ ਆਏ ਹਨ ਤਾਂ ਇਸ ਪ੍ਰਕਾਰ ਬਹੁਤ ਸਾਰੀ ਕੈਂਥਲ ਦੇ ਅੰਦਰ ਜਿਹੜੀ ਹੈ ਲੁੱਟ ਹੋਣੀ, ਉਸ ਦਾ ਵੀ ਜ਼ਿਕਰ ਕਵੀਰਾਜ ਜੀ ਨੇ ਆਪਣੇ ਇਸ ਗ੍ਰੰਥ ਦੇ ਅੰਦਰ ਕੀਤਾ ਹੈ। ਅੱਗੇ ਜਿਵੇਂ ਜ਼ਿਕਰ ਆ ਰਿਹਾ ਸਰਵਣ ਕਰੋ। ਭੂਲ ਜੋ ਚੂਕ ਭਈ ਹਮ ਤੇ ਗੁਰ। ਇਹ ਸੱਚੇ ਪਾਤਸ਼ਾਹ ਦੇ ਅੱਗੇ ਬੇਨਤੀ ਕਰਦੇ ਆ। ਕਵੀਰਾਜ ਕਹਿੰਦੇ ਆ ਕਿ ਮਹਾਰਾਜ ਜੋ ਸਾਡੇ ਕੋਲੋਂ ਭੁੱਲ ਹੋ ਗਈ, ਕਿਤੇ ਅਸੀਂ ਚੁੱਕ ਗਏ ਹੋਈਏ, ਆਪ ਜੀ ਦੀ ਮਹਾਰਾਜ ਵੱਡੀ ਹੈ ਸਿਫਤ, ਸੱਚੇ ਪਾਤਸ਼ਾਹ ਆਪ ਦੀ ਵਡਿਆਈ ਵੱਡੀ ਹੈ। ਜੇ ਸਾਡੇ ਕੋਲੋਂ ਕੋਈ ਗਲਤੀ ਹੋ ਗਈ ਹੋਵੇ, ਕਿੰਕਰ ਸੇ ਤੁਮ ਤੇ ਬਖਸ਼ਾਵਤ। ਮਹਾਰਾਜ ਸੱਚੇ ਪਾਤਸ਼ਾਹ ਅਸੀਂ ਸੇਵਕ ਹਾਂ ਨਾ, ਤੇ ਮਹਾਰਾਜ ਕਿਹਦੇ ਕੋਲੋਂ ਬਖਸ਼ਾਉਣਾ ਹੈ? ਆਪ ਦੇ ਕੋਲੋਂ ਹੀ ਬਖਸ਼ਾਉਣਾ ਨਾ। ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਮਹਾਰਾਜ ਸਾਨੂੰ ਆਪਣਾ ਸੇਵਕ ਜਾਣ ਕੇ ਬਖਸ਼ ਦਿਓ। ਲਾਜ ਰੱਖੋ ਨਿਜ ਨਾਮਹਿ ਕੀ। ਮਹਾਰਾਜ ਆਪਣੇ ਨਾਮ ਦੀ ਲਾਜ ਰੱਖ ਲਓ, ਕਿਉਂਕਿ ਮਹਾਰਾਜ ਅਸੀਂ ਤੁਹਾਡੇ ਅਖਵਾਉਂਦੇ ਹਾਂ। ਸਿੱਖ ਮੈਂ ਤੁਮਰੋ ਜਗ ਮਾਹੇ ਕਹਾਵਤ। ਜਗਤ ਵਿੱਚ ਮਹਾਰਾਜ ਮੈਂ ਆਪ ਜੀ ਦਾ ਸਿੱਖ ਕਹਾਉਣਾ ਹਾਂ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਆਪਣੇ ਨਾਮ ਦੀ ਲਾਜ ਰੱਖ ਲਓ। ਤੂੰ ਬਖਸ਼ੰਦ ਸਦਾ ਸੁਖਦਾਇਕ। ਮਹਾਰਾਜ ਤੁਸੀਂ ਬਖਸ਼ਿੰਦ ਹੋ, ਸਦਾ ਹੀ ਸੁੱਖਾਂ ਦੇ ਦੇਣ ਵਾਲੇ ਹੋ। ਮੋਹ ਮਨ ਨਾਹੇ ਵਿਸ਼ੈ ਛੁਟਕਾਵਤ। ਮਹਾਰਾਜ ਮੇਰਾ ਮਨ ਜਿਹੜਾ ਉਹ ਵਿਸ਼ਿਆਂ ਨੂੰ ਨਹੀਂ ਛੱਡਦਾ। ਬੇਨਤੀ ਰੂਪ ਵਿੱਚ ਵੇਖੋ ਆਪਣੇ ਮਨ ਦੀ ਵਿਥਿਆ ਕਹਿੰਦੇ ਆ ਕਵੀਰਾਜ। ਭਾਵੇਂ ਕਿ ਇਹਨਾਂ ਸਾਰੀਆਂ ਚੀਜ਼ਾਂ ਤੋਂ ਕਵੀਰਾਜ ਛੁੱਟ ਚੁੱਕੇ ਹੈ, ਫਿਰ ਵੀ ਸਾਨੂੰ ਬੇਨਤੀਆਂ ਕਰਨ ਦੀ ਜਾਚ ਦੱਸਦੇ ਹੈ। ਮਹਾਰਾਜ ਦੇ ਅੱਗੇ ਬੇਨਤੀਆਂ ਕਰੀਏ, ਸੱਚੇ ਪਾਤਸ਼ਾਹ ਸਾਡਾ ਮਨ ਜਿਹੜਾ ਵਿਸ਼ਿਆਂ ਨੂੰ ਨਹੀਂ ਛੱਡਦਾ। ਲੋਹ ਤੇ ਹੇਮ ਰੰਡ ਤੇ ਚੰਦਨ। ਮਹਾਰਾਜ ਇਹ ਤੁਹਾਨੂੰ ਲਾਜ ਹੈ ਨਾ, ਕਿਉਂਕਿ ਪਾਰਸ ਨੂੰ ਪਰਸ ਕੇ ਲੋਹਾ ਜਿਹੜਾ ਲੋਹਾ ਨਹੀਂ ਰਹਿੰਦਾ, ਕੰਚਨ ਬਣ ਜਾਂਦਾ ਹੈ। ਤੇ ਮਹਾਰਾਜ ਚੰਦਨ ਨੂੰ ਪਰਸ ਕੇ ਇਰੰਡ ਨਹੀਂ ਰਹਿੰਦੀ, ਉਹ ਤਾਂ ਚੰਦਨ ਬਣ ਜਾਂਦੀ ਹੈ। ਇਹ ਸੱਚੇ ਪਾਤਸ਼ਾਹ
ਆਪ ਨੂੰ ਲਾਜ ਹੈ ਨਾ ਮਹਾਰਾਜ। ਹਾਂ ਤਾਂ ਅਸੀਂ ਲੋਹੇ ਵਰਗੇ ਨਿਕੰਮੇ, ਹਾਂ ਤਾਂ ਇਰੰਡ ਵਰਗੇ ਨਿਕੰਮੇ ਮਹਾਰਾਜ। ਲੋਹੇ ਵਰਗੇ ਇਉਂ ਪਾਪਾਂ ਕਰਕੇ ਭਾਰੀ ਹੋ ਗਏ, ਇਰੰਡ ਵਰਗੇ ਸੱਚੇ ਪਾਤਸ਼ਾਹ ਕੌੜੇ ਆ, ਵਿਸ਼ਿਆਂ ਦੀ ਚਕੜਤਣ ਭਰੀ ਹੋਈ ਹੈ। ਪਰ ਮਹਾਰਾਜ ਤੁਹਾਡੇ ਕੋਲ ਜੂ ਵਸਦੇ ਆ। ਹੁਣ ਚੰਦਨ ਦੇ ਕੋਲ ਵਸਦੀ ਹੋਈ ਇਰੰਡ ਜਿਹੜੀ ਆ ਉਹ ਚੰਦਨ ਨੂੰ ਲਾਜ ਆ ਉਹਨੂੰ ਚੰਦਨ ਕਰਨ ਦੀ। ਮਹਾਰਾਜ ਤੁਹਾਡੇ ਕੋਲ ਵਸਦੇ ਇਸ ਕਰਕੇ ਸਾਡੇ ਅੰਦਰੋਂ ਵਿਸ਼ਿਆਂ ਦੀ ਕੁੜੱਤਣ ਦੀ ਜ਼ਹਿਰ ਮਾਰ ਕੇ ਆਪਣੀ ਭਗਤੀ ਦੀ ਚੰਦਨ ਦੀ ਖੁਸ਼ਬੂ ਪਾ ਦਿਓ ਸੱਚੇ ਪਾਤਸ਼ਾਹ। ਲੋਹੇ ਵਰਗੇ ਨਿਕੰਮੇ ਆ ਮਹਾਰਾਜ, ਕਿਰਪਾ ਕਰਕੇ ਸੋਨੇ ਵਰਗੇ ਸੁੱਧ ਕਰ ਦਿਓ, ਆਪਣੇ ਸਰੂਪ ਦਾ ਗਿਆਨ ਮਹਾਰਾਜ ਬਖਸ਼ ਦਿਓ। ਇਹ ਮਹਾਰਾਜ ਤੁਹਾਨੂੰ ਕੋਲ ਵਸੇ ਦੀ ਲਾਜ ਹੈ ਗਰੀਬ ਨਵਾਜ। ਅਸੀਂ ਆਪ ਦੇ ਚਰਨਾਂ ਵਿੱਚ ਵਸਦੇ ਹਾਂ। ਮਾਨੁਖ ਤੇ ਸੁਰ ਤੂੰ ਹੀ ਬਨਾਵਤ। ਮਹਾਰਾਜ ਤੁਸੀਂ ਹੋ ਜਿਹੜਾ ਮਨੁੱਖ ਤੋਂ ਸੁਰ ਦੇਵਤੇ ਬਣਾ ਦੇਣ ਵਾਲੇ ਹੋ ਸੱਚੇ ਪਾਤਸ਼ਾਹ। ਛਿਨ ਮਾਤਰ ਸਮੇਂ ਦੇ ਅੰਦਰ ਐਸੀ ਵੱਡੀ ਬਖਸ਼ਿਸ਼ ਦੇ ਆਪ ਕਰਨ ਵਾਲੇ ਹੋ। ਇਹ ਕਵਿਰਾਜ ਬੇਨਤੀਆਂ ਪੂਰਵਕ ਮਹਾਰਾਜ ਸਾਹਿਬ ਜੀ ਦੇ ਅੱਗੇ ਇਹ ਸਭ ਕੁਝ ਜਾਚਨਾ ਕੀਤੀ ਹੈ। ਹੁਣ ਜਿਨ੍ਹਾਂ ਗ੍ਰੰਥਾਂ ਨੂੰ ਸਰੋਤ ਬਣਾ ਕਰਕੇ ਕਵਿਰਾਜ ਜੀ ਨੇ ਇਤਿਹਾਸ ਲਿਖਿਆ ਹੈ ਅਤੇ ਜਿਹੜਾ ਸ਼੍ਰੀ ਨਾਨਕ ਪ੍ਰਕਾਸ਼ ਗ੍ਰੰਥ ਹੈ ਉਹ ਭਾਈ ਬਾਲਾ ਜੀ ਦੇ ਮੁਖ ਤੋਂ ਜਿਹੜਾ ਹੈ ਉਹ ਕਹਾਇਆ ਕਵਿਰਾਜ ਜੀ ਨੇ, ਅਤੇ 10ਵੇਂ ਪਾਤਸ਼ਾਹ ਜੀ ਦਾ ਪਵਿੱਤਰ ਇਤਿਹਾਸ ਜਿਹੜਾ ਹੈ ਉਹ ਕਵਿਰਾਜ ਭਾਈ ਰਾਮ ਕੋਇਰ ਜੀ ਜੋ ਹੋਏ ਹੈ ਉਹਨਾਂ ਦੇ ਮੁਖ ਤੋਂ ਜਿਵੇਂ ਉਹਨਾਂ ਨੂੰ ਬਖਤੱਬ ਕਰਨ ਵਾਲੇ ਕਹਿ ਕਰਕੇ ਅਤੇ ਕਵਿਰਾਜ ਪੋਥੀਆਂ ਦਾ ਹਵਾਲਾ ਦੇਣਗੇ। ਅਤੇ ਜਿਸ ਤਰ੍ਹਾਂ ਸ਼੍ਰੀ ਗੁਰਪ੍ਰਤਾਪ ਸੂਝ ਗ੍ਰੰਥ ਦੀ ਬਾਬਤ ਕਿ ਕਿਵੇਂ ਕਿਵੇਂ ਇਸ ਦੇ ਅਸੀਂ ਤੱਥ ਜਿਹੜੇ ਆ ਉਹ ਪ੍ਰਾਪਤ ਕੀਤੇ ਹੈ, ਤੋ ਸੀਗਾ ਮੰਨ ਕੇ ਅੱਜ ਦੇ ਦੀਵਾਨ ਵਿੱਚ ਇਹ ਕਵਿਰਾਜ ਦੇ ਜਿਹੜੇ ਹੈ ਉਹ ਜੀਵਨ ਅਤੇ ਸ਼੍ਰੀ ਗੁਰਪ੍ਰਤਾਪ ਸੂਝ ਗ੍ਰੰਥ ਬਾਰੇ, ਸ਼੍ਰੀ ਨਾਨਕ ਪ੍ਰਕਾਸ਼ ਗ੍ਰੰਥ ਬਾਰੇ ਜੋ ਹਵਾਲੇ ਦਿੱਤੇ ਉਹ ਸੰਪੂਰਨ ਹੋਣ, ਪਰ ਅੱਜ ਸੰਪੂਰਨ ਨਹੀਂ ਹੋ ਸਕੇ ਅਤੇ ਕੱਲ੍ਹ ਦੀ ਕਥਾ ਵਿੱਚ ਆਪਾਂ ਸੰਪੂਰਨਤਾ ਕਰਾਂਗੇ। ਪਰਸੋਂ ਫਿਰ ਸ਼੍ਰੀ ਨਾਨਕ ਪ੍ਰਕਾਸ਼ ਗ੍ਰੰਥ ਦੀ ਜਿਹੜੀ ਕਥਾ ਹੈ ਉਹ ਆਰੰਭ ਹੋ ਜਾਵੇਗੀ। ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਨ, ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਤੂੰ ਬਖਸ਼ੰਦ ਸਦਾ ਸੁਖਦਾਇਕ, ਮੋਹ ਮਨ ਨਾਹੇ ਵਿਸ਼ੈ ਛੁਟਕਾਵਤ। ਲੋਹ ਤੇ ਹੇਮ ਇਰੰਡ ਤੇ ਚੰਦਨ, ਮਾਨੁਖ ਤੇ ਸੁਰ ਤੂੰ ਹੀ ਬਨਾਵਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਬ੍ਰਹਮ, ਅਬਿਨਾਸੀ ਅਗਨਾਸ। ਹੇ ਪੂਰਨ ਹੈ ਸਰਬ ਮੈਂ, ਦੁਖ ਭੰਜਨ ਗੁਣ ਤਾਸ। ਹੇ ਸੰਗੀ ਹੈ ਨਿਰੰਕਾਰ, ਹੈ ਨਿਰਗੁਣ ਸਭ ਟੇਕ। ਹੇ ਗੋਬਿੰਦ ਹੈ ਗੁਣ ਨਿਧਾਨ, ਜਾ ਕੈ ਸਦਾ ਬਿਬੇਕ। ਹੇ ਅਪਰੰਪਰ ਹਰਿ ਹਰੇ, ਹੈ ਪੀ ਹੋਵਨ ਹਾਰ। ਹੇ ਸੰਤ ਹੈ ਕੈ ਸੰਗ ਨਿਧਾਰਾ ਆਧਾਰ। ਹੇ ਠਾਕੁਰ ਹਉ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਇ। ਨਾਨਕ ਦੀਜੈ ਨਾਮ ਦਾਨ, ਰਾਖੋ ਹੀਐ ਪਰੋਏ। ਆਏ ਪ੍ਰਭ ਸਰਣਾਗਤੀ, ਕਿਰਪਾ ਨਿਧ ਦਇਆਲ। ਏਕ ਅਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜ੍ਹੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਕਥਾ ਨਿਤਾ ਪ੍ਰਤ ਹੋਤ ਹੈ, ਸੁਨੋ ਸੋ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ, ਸਦਾ ਕਰੈ ਕਲਿਆਣ। ਨਾਨਕ ਗੁਰੂ ਗੋਬਿੰਦ ਸਿੰਘ ਜੀ, ਸਦਾ ਕਰੈ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।